smoking, and consumption of alcohol are injurious to health. तेरे भरा कदे दे सत्थ विच पहुँच गए फतेह, तू बड़ी देर करती। खैर जे तू फैसला ले ही ले ते सोच समझ के लई। ਜਿਹੜੀ ਕੁਰਸੀ ਤੇ ਤੂੰ ਬੈਠਣ ਲੱਗਾ, ਪਹਿਲਾਂ ਤੇਰਾ ਦਾਦਾ ਤੇ ਫੇਰ ਤੇਰਾ ਬਾਪ ਤੇ ਹੁਣ ਤੂੰ ਬੈਠਣ ਜਾ ਰਿਹਾ। ਫਤਿਹ ਕਦੇ ਗਲਤ ਫੈਸਲਾ ਕਰ ਹੀ ਨਹੀਂ ਸਕਦਾ ਮਾਂ, ਤੇ ਨਾ ਉਸ ਦਿਨ ਮੇਰੇ ਬਾਪ ਨੇ ਗਲਤ ਫੈਸਲਾ ਕੀਤਾ ਸੀ। ਮੇਰੀਆਂ ਰਗਾਂ ਵਿੱਚ ਵੀ ਮੇਰੇ ਬਾਪ ਦਾ ਖੂਨ ਹੈ ਮਾਂ, ਤੇ ਇਸ ਮਿੱਟੀ ਦੀ ਮਹਿਕ ਮੇਰੇ ਰੋਮ ਰੋਮ ਵਿੱਚ ਹੈ। ਅੱਜ ਦਾ ਫੈਸਲਾ ਬੇਮਿਸਾਲ ਹੋਊਗਾ, ਤੂੰ ਮੈਨੂੰ ਆਸ਼ੀਰਵਾਦ ਦੇ ਮਾਂ। पिंड वालों, जैलदार बचित्तर सिंह दे मरण तो बाद अगर कोई इस कुर्सी ते बैठन दा हकदार है तां ओह है मेरा भरा अर्जन सिंह। ਉਹ ਪਿੰਡ ਦਾ ਕੀ ਇਨਸਾਫ ਕਰੂ ਜਿਹੜਾ ਪਿੰਡ ਦੀ ਮਿੱਟੀ 'ਚ ਪੈਰ ਰੱਖਣ ਤੋਂ ਵੀ ਡਰਦਾ। ਮੈਨੂੰ ਤਾਂ ਲੱਗਦਾ ਇਸ ਮਸਲੇ ਦੇ ਹੱਲ ਲਈ ਵੀ ਥਾਣਾ ਸੱਦਣਾ ਪਊ। अपनी जुबान लगाम दे अर्जन सिंह। जे पिछले 50 सालों तो इस कुर्सी ते बैठण वाला जैलदार फैसले करता आ रहा, ते अज मैं पिंड दी इज्जत ते सिट्टिया होया चिक्कड़ पिंड दी जू तो बाहर किवें जाण दे दियां। ਜੈਲਦਾਰ ਸਾਹਿਬ, ਉਹ ਨਾਦਾਨ ਮੇਰਾ ਛੋਟਾ ਭਰਾ ਹੈ, ਉਹਨੂੰ माफ कर दो। शिंगारिया, मुजरम ने की गुनाह किया ते उस ते लगे हुए दोष की ने? जैलदार साहब, मुजरम मीता सिंह बलद नार सिंह ने एक गरीब परिवार की धी नाल जबरदस्ती की, जिस दा सबूत तुहाडे सामने जिंदी जागदी चन्नो। मीतिया,
तू अपना गुनाह कबूल करदा है? मीतिया, मैं जैलदार फतेह सिंह मीते नूं ਇਹ ਹੁਕਮ ਦਿੰਨਾ कि ਅੱਜ ਤੋਂ ਬਾਅਦ ਪਿੰਡ ਵਾਲਿਆਂ ਦੇ ਸਾਹਮਣੇ ਤੂੰ ਚੰਨੋ ਨੂੰ ਆਪਣੀ ਧਰਮ ਪਤਨੀ ਮੰਨੇਗਾ। ਜੈਲਦਾਰਾ ਗਲੀਆਂ ਦਾ ਚੱਕਰ ਸਾਡੇ ਸਿਰ 'ਚ ਪਾਉਣ ਦੀ ਕੋਸ਼ਿਸ਼ ਨਾ ਕਰ। ਮੈਂ ਨਹੀਂ ਮੰਨਦਾ ਤੇਰੇ ਫੈਸਲੇ ਨੂੰ। ਓਏ ਚਾਹਾਂ ਤਾਂ ਤੇਰੇ ਭਰਾ ਨੂੰ ਸੱਥ 'ਚ ਖੜਾ ਕਰਕੇ ਗੋਲੀ ਮਾਰ ਦਿਆਂ। ਇੱਜ਼ਤ ਸਭ ਦੀ ਬਰਾਬਰ ਹੁੰਦੀ ਆ, ਚਾਹੇ ਉਹ ਗਰੀਬ ਦੀ ਹੋਵੇ ਤੇ ਚਾਹੇ ਅਮੀਰ ਦੀ। बन गई गल आ चक की सोची है ना चाल भी चल हुण ਉਹ ਸੋਚਦੇ ਆ ਅਰਜੁਨ ਕੇ ਮੀਤੇ ਵਾਂਗੂ ਕੋਈ ਕੁੜੀ ਗਾੜੀ ਛੇੜ ਲਈਏ, ਫਤਿਹ ਨੇ ਆਪੀ ਵਿਆਹ ਕਰਵਾ ਦੇਣਾ। ਉਹ ਐਵੇਂ ਪੰਗਾ ਨਾ ਲੈਣੀ, ਫਤਿਹ ਸੱਥ 'ਚ ਕਢਾ ਕੇ ਗੋਲੀ ਵੀ ਮਾਰ ਦਿੰਦਾ। ਤੇਰੀ ਵਾਰੀ ਆ ਗਈ, ਚੱਲ। ਮੇਰੇ ਮਾਰੇ ਲੈ ਇੱਥੇ ਉਹ ਹੁਣ ਕੀ ਹੋ ਗਿਆ ਬਾਈ? ਓਏ ਹੋ ਦੇਖੋ ਕਿੱਡੀ ਸੋਹਣੀ ਮੈਨਾ ਤੁਰੀ ਆਉਂਦੀ। ਪਰ ਬਾਈ ਚੰਨੂ ਦਾ ਕੀ ਕਰਾਂਗੇ? ਛੋਰਾ ਚੰਨੋ ਦਾ ਉਹ ਪਹਿਲਾਂ ਸਾਲਿਆ ਏਡਾ ਸੋਹਣਾ ਟੋਟਾ ਆਉਂਦਾ, ਇਹਦੇ ਬਾਰੇ ਤਾਂ ਸੋਚ ਲਾ। ਚੱਲ ਚਲੀਏ ਫਿਰ ਬਾਈ। ਆ ਜਾ ਆ ਜਾ। ਲੱਗਦਾ ਰੱਬ ਨੇ ਵਿਹਲੇ ਬਹਿ ਕੇ ਬਣਾਈ ਹੋਣੀ ਆ। ਮੇਰਾ ਰਾਹ ਛੱਡ ਦੇ, ਤੁਹਾਨੂੰ ਪਤਾ ਨਹੀਂ ਮੈਂ ਕੌਣ ਆ। ਅੱਛਾ ਪੁੱਛ ਵੀ ਲੈਨੇ ਆ ਤੇ ਦੱਸ ਵੀ ਦਿੰਨੇ ਆ ਕਿ ਅਸੀਂ ਕੌਣ ਆ। ਪੱਟ ਤੇ ਪੈਰ ਨਾ ਰੱਖਿਓ ਓਏ, ਇੱਥੋਂ ਅੰਮ੍ਰਿਤ ਦੇ ਪਿੰਡ ਦੀ ਜੂ ਸ਼ੁਰੂ ਹੁੰਦੀ ਆ। ਇਹ ਸਾਡਾ ਸ਼ਿਕਾਰ ਆ ਓਏ, ਸਾਡੇ ਸ਼ਿਕਾਰ ਨੂੰ ਪਨਾਹ ਦੇਣ ਵਾਲੇ ਦੇ ਧੜ ਤੇ ਸਿਰ ਨਹੀਂ ਰਹਿੰਦਾ ਓਏ। ਮੇਰੇ ਪਿੰਡ ਵਿੱਚ ਇੱਜ਼ਤਾਂ ਦੀ ਰਾਖੀ ਹੁੰਦੀ ਆ, ਉਹਨਾਂ ਨੂੰ ਸ਼ਿਕਾਰ ਨਹੀਂ ਸਮਝਿਆ ਜਾਂਦਾ। ਲੱਗਦਾ ਇਹਨੇ ਇਦਾਂ ਨਹੀਂ ਮੰਨਣਾ। ਓਏ ਅਸੀਂ ਤਾਂ ਸ਼ੇਰ ਦੇ ਮੂੰਹ 'ਚੋਂ ਮਾਸ ਖਾਣ ਵਾਲੇ ਆ। ਕੱਢੋ ਮੂੰਹ ਚੋਂ ਮਾਸ, ਸਾਲੇ ਵੱਡੇ ਬੈਲੀ। ਓਏ ਆ ਕੌਣ ਸੀ ਓਏ? ਓਏ ਪਤਾ ਨਹੀਂ ਸਾਲਾ ਕੌਣ ਸੀ, ਸਾਲੇ ਦਾ ਹੱਥ ਨਾ ਸੰਨੀ ਦਿਓਲ ਵਰਗਾ ਸੀ। ਉਹ ਮਾਰ ਮਾਰ ਕੇ ਨਾ ਉਹ ਬੂਥਾ ਹੀ ਸਜਾਤਾ। ਓਏ ਆ ਦੇਖ। ਕੌਣ ਸੀ ਇਹ?
ਸ਼ਾਇਦ ਮੇਰੇ ਪਿੰਡ ਦੇ ਸੀ। ਮੈਂ ਕੱਲ ਹੀ ਸ਼ਹਿਰੋਂ ਪੜ ਕੇ ਵਾਪਸ ਆਈ ਹਾਂ। ਜੇ ਉਹ ਇਹ ਜਾਣਦੇ ਹੁੰਦੇ ਕਿ ਮੈਂ ਜੈਲਦਾਰ ਫਤਿਹ ਦੀ ਭੈਣ ਆ ਤਾਂ ਮੇਰੀ ਹਵਾ ਕੋਲ ਦੀ ਨਹੀਂ ਸੀ ਲੰਘਦੇ। ਬੜਾ ਨਾਂ ਸੁਣਿਆ ਤੇਰੇ ਭਾਈ ਦਾ, ਪਰ ਕਦੇ ਦਰਸ਼ਨ ਨਹੀਂ ਹੋਏ। ਕਦੇ ਆ ਜਿਓ ਘਰ, ਮਿਲਾ ਵੀ ਦੇਵਾਂਗੇ। ਵਾਕਈ ਫਤਿਹ ਦੀ ਭੈਣ ਸੀ। ਜਾਂਦੀ ਹੋਈ ਸ਼ੁਕਰੀਆ ਵੀ ਨਹੀਂ ਕਹਿ ਕੇ ਗਈ। ਉਹ ਕੋ ਗਿਆ? ਹਾਂ ਬਾਈ। ਤੂੰ ਐ ਕਰ, ਤੂੰ ਘਰੇ ਚੱਲ, ਬਾਪੂ ਨੇ ਡੀਕਦੇ ਹੋਣਗੇ, ਮੈਨੂੰ ਹਜੇ ਟਾਈਮ ਲੱਗੂਗਾ। ਠੀਕ ਆ, ਚੱਲ ਆ। ਚੱਲ ਠੀਕ ਆ ਬਾਈ, ਤੂੰ ਕਰ ਆਸਕੀ। ਤੇਰੇ 76 ਪੈਣ ਵਾਲੇ ਆ ਸਾਲਾ ਆਸਕੀ। ਚੱਲ ਸਾਰੀ ਕੀਤੀ ਕਰਾਈ ਮਿਹਨਤ ਤੇ ਪਾਣੀ ਫਿਰ ਗਿਆ ਨਾ ਰਿਹਾ। ਜੈਲਦਾਰ ਬਚਿੱਤਰ ਸਿੰਘ ਦੀ ਕੁਰਸੀ ਤੇ ਬੈਠਣ ਦੀ ਆਸ ਇੱਕ ਵਾਰ ਫਿਰ ਖਤਮ ਹੋ ਗਈ, ਸਿਰਫ ਮੀਤੇ ਦੀ ਵਜ੍ਹਾ ਦੇ ਕਾਰਨ। ਤੇ ਰਹਿੰਦਾ ਖੁੰਦਾ ਉਸ ਕਮਜਾਤ ਨੂੰ ਗਲ ਦਾ ਹਾਰ ਬਣਾ ਕੇ ਘਰ ਲਿਆਉਣਾ ਪਿਆ। ਬਾਈ ਗੱਲ ਪਈ ਮੁਸੀਬਤ, ਕੋਈ ਨਾ ਕੋਈ ਹੱਲ ਕੱਢਣਾ ਪਊ ਬਾਈ। ਓਏ ਹੁਣ ਤੁਸੀਂ ਕਿਹੜੇ ਕੋਲੂ 'ਚ ਸਿਰ ਦੇ ਕੇ ਆਏ ਆ? ਬਾਈ ਨਾਲ ਦੇ ਪਿੰਡ ਦੇ ਨੰਬਰਦਾਰ ਦਾ ਮੁੰਡਾ ਅਮਰਤ। ਉਹ ਮੈਂ ਉਹਨਾਂ ਦੇ ਖਾਨਦਾਨ ਨੂੰ ਠਹਿਰ ਜਾ ਭੋਲਿਆ, ਅੱਗੇ ਫਤਿਹ ਨੇ ਥੋੜਾ ਤਪਾਇਆ ਤੇ ਤੂੰ ਇੱਕ ਦੁਸ਼ਮਣ ਹੋਰ ਪੈਦਾ ਕਰਨ ਨੂੰ ਫਿਰਦਾ। ਉਹਨੇ ਤਾਂ ਆਪਣੇ ਭਾਈਆਂ ਨੂੰ ਕੁੱਟਿਆ ਬਾਈ। ਫਿਕਰ ਨਾ ਕਰਨ ਆ ਰਿਹਾ, ਵਕਤ ਆਉਣ ਦੇ। ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਵਾਂਗੇ। ਪਰ ਤੁਸੀਂ ਕੀਤਾ ਕੀ ਸੀ? ਫਤਿਹ ਸਿੰਘ ਦੀ ਭੈਣ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਬਾਈ। ਬਾਈ ਅਸੀਂ ਤਾਂ ਦੇਖਦੇ ਸੀ ਵੀ ਉਹ ਚੰਨੋ ਵਾਂਗੂ ਸਾਡੇ ਘਰੇ ਉਹਨੂੰ ਭੇਜਦਾ ਕਿ ਨਹੀਂ ਭੇਜਦਾ। ਪਰ ਬਾਈ ਇਹ ਕਿਉਂ? ਤੁਹਾਡੀ ਨਾਕਾਮਯਾਬੀ ਦਾ ਇਨਾਮ। ਚਲੋ ਅੰਦਰ। ਨਸੀਬ ਕੁਰੇ ਅਮਰਤ ਨੇ ਆਇਆ ਅੱਜ, ਕੀ ਗੱਲ ਖੇਤੋਂ? ਅਮਰਦੇ ਬਾਪੂ ਕਿਉਂ ਫਿਕਰ ਕਰੀ ਜਾਂਦੇ ਹੋ? ਆ ਜਾਂਦਾ ਹੁਣੇ, ਇੱਥੇ ਕਿਤੇ ਖੜਾ ਹੋਣਾ। ਉਹ ਘੁੱਗੜਾ, ਤੂੰ ਇੱਥੇ ਬੈਠਾ ਕੀ ਕਰਦਾ? ਮੈਂ ਕੀ ਸਵਾਹ ਕਰਨਾ ਬਾਪੂ, ਆ ਡੰਗਰਾਂ ਦੀਆਂ ਸੜਾਂ ਖਾਈ ਜਾਂਦੇ ਬੈਠੇ। ਨਾਲੇ ਬਾਪੂ ਵਾਲਾ ਅੰਬਰ ਦਾ ਫਿਕਰ ਨਾ ਕਰਿਆ ਕਰ, ਉਹ ਜਵਾਨ ਹੋ ਗਿਆ, ਖੜ ਗਿਆ ਹੋਣਾ ਇੱਥੇ ਕਿਤੇ 2 ਮਿੰਟ। ਸਤਿ ਸ਼੍ਰੀ ਅਕਾਲ ਚਾਚਾ ਜੀ। ਸਤਿ ਸ਼੍ਰੀ ਅਕਾਲ ਬੇਟੇ। ਸਤਿ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ। ਕਿੱਥੇ ਚੱਲੀ ਹੈ ਮੇਰੀ ਪਿਆਰੀ ਭੈਣ? ਕਿਤੇ ਨਹੀਂ ਵੀਰ ਜੀ, ਮੈਂ ਆਪਣੀ ਸਹੇਲੀ ਨੂੰ ਮਿਲ ਕੇ ਹੁਣੇ ਆਈ, ਸਿਰਫ 1 ਘੰਟੇ ਵਿੱਚ। ਅੱਛਾ, ਚੱਲ ਜਾ। ਚਾਚਾ, ਕੋਈ ਚੰਗਾ ਜਿਹਾ ਮੁੰਡਾ ਵੇਖ, ਇਹਦੇ ਹੱਥ ਪੀੜੇ ਕਰਦੀ ਹੈ। ਪਰ ਪੁੱਤਰਾ ਐਡੀ ਵੀ ਕੀ ਕਾਲੀ ਐ? ਬੱਦਲ ਪੈਣ ਤੋਂ ਪਹਿਲਾਂ ਫਸਲ ਨੂੰ ਸਾਂਭ ਲਿਆ ਜਾਵੇ ਤਾਂ ਗੜਿਆਂ ਦਾ ਡਰ ਨਹੀਂ ਰਹਿੰਦਾ। ਨਾਲੇ ਜਿਹੜੀ ਅੱਗ ਵਿੱਚ ਮੈਂ ਛਾਲ ਮਾਰ ਚੁੱਕਿਆ, ਮੈਂ ਨਹੀਂ ਚਾਹੁੰਦਾ ਉਹਦਾ ਸੇਕ ਮੇਰੀ ਭੈਣ ਤੱਕ ਪਹੁੰਚੇ। ਕਿਹਦੀ ਹਿੰਮਤ ਐ ਕਿ ਸਾਡੀ ਕੁੜੀ ਵੱਲ ਕੋਈ ਅੱਖ ਭਰ ਕੇ ਵੀ ਝਾਕੇ? ਬਸ ਚਾਚਾ, ਫੈਸਲਾ ਕਰ ਚੁੱਕਿਆ ਹੈ। ਆ ਫੜ ਜਿੱਤੇ, ਰੋਟੀ ਖਾ ਲੈ। ਅੱਜ ਭੁੱਖ ਰੋਟੀ ਨਾਲ ਨਹੀਂ ਮਿਟਣੀ, ਅੱਜ ਤਾਂ ਕੁਝ ਹੋਰ ਹੀ ਖਾਣਾ ਪਊ। ਕੀ ਮਤਲਬ? ਮਤਲਬ ਤਾਂ ਹੁਣੇ ਹੀ ਪਤਾ ਲੱਗ ਜਾਊ। ਜਿੱਤੇ ਤੇਰਾ ਬਾਪ, ਜਿੱਤੇ ਤੂੰ ਠੀਕ ਨਹੀਂ ਕਰ ਰਿਹਾ। ਜਿੱਤੇ ਕੀ ਨਹੀਂ ਠੀਕ ਕਰ ਰਿਹਾ? ਜਿੱਤੇ ਤੂੰ ਠੀਕ ਨਹੀਂ ਕਰ ਰਿਹਾ। ਜਿੱਤੇ ਤੂੰ ਠੀਕ ਨਹੀਂ ਕਰ ਰਿਹਾ। ਕੀ ਨਹੀਂ ਠੀਕ ਕਰ ਰਿਹਾ? ਸਾਰੀ ਹੋ ਜਿੱਤੇ, ਜਿੱਤੇ ਤੂੰ ਠੀਕ ਨਹੀਂ ਕਰ ਰਿਹਾ। ਤੂੰ ਕੌਣ ਆ ਓਏ, ਜਿਹੜਾ ਮੌਤ ਨੂੰ ਮਾਸੀ ਕਹਿਣ ਆ ਗਿਆ? ਓਏ ਔਰਤ ਦੀ ਇੱਜ਼ਤ ਨੂੰ ਹੱਥ ਪਾਉਣ ਵਾਲਿਆ, ਮਰਦ ਦੀ ਹਿੱਕ ਵਿੱਚ ਵੱਜ ਕੇ ਦਿਖਾ। ਉਹ ਜੇ ਮਾਂ ਦਾ ਦੁੱਧ ਪੀਤਾ ਏ ਤਾਂ ਉੱਠ ਖੜਾ ਹੋ ਕੇ ਦਿਖਾ।
ਸਾਡੇ ਘਰ ਦੇ ਮਾਮਲੇ ਵਿੱਚ ਟੰਗੜਾਉਣ ਵਾਲੇ ਕੌਣ ਆ? ਬਾਈ ਇਹ ਉਸੇ ਅਮਰ ਦਾ ਭਰਾ ਗੁਰਦਿੱਤਾ ਹੈ, ਗੁਰਦਿੱਤਾ। ਗੱਲ ਸੁਣ ਲੈ ਕੁੜੀਏ, ਕੰਨ ਖੋਲ ਕੇ। ਤੇਰੀ ਇੱਜ਼ਤ ਨੂੰ ਹੱਥ ਮੈਂ ਨਹੀਂ ਗੁਰਦਿੱਤੇ ਨੇ ਪਾਇਆ, ਨਹੀਂ ਤਾਂ ਤੇਰੀ ਲਾਸ਼ ਕਿਤੋਂ ਹੋਰ ਲੱਭੂ ਤੇ ਤੇਰੇ ਬਾਪ ਦੀ ਕਿਤੋਂ ਹੋਰ। ਅੱਜ ਕੌਣ ਪਿੱਛੇ ਪੈ ਗਿਆ ਮੇਰੀ ਸਰਕਾਰ ਦੇ? ਪਿੱਛੇ ਤਾਂ ਤੂੰ ਉਸ ਦਿਨ ਤੋਂ ਹੀ ਪੈ ਗਿਆ ਸੀ ਜਦੋਂ ਮੈਂ ਤੈਨੂੰ ਵੇਖਿਆ ਸੀ। ਠੀਕ ਆ ਸਿਮਰ, ਮੈਂ ਕਦੇ ਸੋਚਿਆ ਨਹੀਂ ਸੀ ਕਿ ਕੋਈ ਇੰਨੀ ਜਲਦੀ ਆਪਣਾ ਬਣ ਕੇ ਦਿਲ 'ਚ ਸਮਾ ਜਾਂਦਾ। ਪਿਆਰ ਤਾਂ ਕੁਦਰਤ ਦੀ ਦੇਣ ਹੈ, ਇਹ ਤਾਂ ਨਸੀਬਾਂ ਵਾਲਿਆਂ ਨੂੰ ਮਿਲਦਾ। ਉਸ ਤੋਂ ਪਹਿਲਾਂ ਕਿ ਮੇਰੇ ਭਰਾ ਮੇਰਾ ਰਿਸ਼ਤਾ ਕਿਤੇ ਹੋਰ ਕਰ ਦੇਣ, ਤੂੰ ਮੇਰਾ ਹੱਥ ਮੰਗਣ ਲਈ ਮੇਰੇ ਘਰ ਆ ਜਾ। ਰੱਬ ਕਰੇ ਤੇਰੇ ਭਰਾਵਾਂ ਨਾਲ ਜਲਦੀ ਮੁਲਾਕਾਤ ਹੋ ਜੇ। ਚੰਗਾ, ਮੈਂ ਚੱਲਦੀ ਹਾਂ, ਕਿਤੇ ਕੋਈ ਵੇਖ ਨਾ ਲਵੇ। ਇਸ ਬਦਤਮੀਜ਼ ਨੇ ਸਾਡੀ ਚੰਨੋ ਦੀ ਪੱਤ ਲੁੱਟਣ ਦੀ ਕੋਸ਼ਿਸ਼ ਕੀਤੀ ਆ। ਜੈਲਦਾਰ ਸਾਹਿਬ, ਬਕਵਾਸ ਬੰਦ ਕਰ। ਪਹਿਲਾਂ ਇਸ ਕੁੜੀ ਨੂੰ ਤਾਂ ਪੁੱਛੋ ਕਿ ਸੱਚਾਈ ਕੀ ਆ। ਚੰਨੋ, ਸੱਚੇ ਪਾਤਸ਼ਾਹ ਨੂੰ ਜਾਣੀ ਜਾਣ ਮੰਨ ਕੇ ਬੇਖੌਫ ਹੋ ਕੇ ਦੱਸ, ਕਹਾਣੀ ਕੀ ਏ? ਵੀਰਾ, ਇਸ ਆਦਮੀ ਨੇ ਦਿਮਾਗ ਖਰਾਬ ਹੋ ਗਿਆ ਇਹ ਕੁੜੀਏ ਤੇਰਾ। ਫਤਿਹ ਦੇ ਪਿੰਡ ਦੀ ਸੱਥ ਵਿੱਚ ਉੱਚੀ ਬੋਲਣਾ ਗੁਨਾਹ ਕਰਨ ਤੋਂ ਵੀ ਵੱਡਾ ਗੁਨਾਹ ਹੈ। ਕਿਹੋ ਜਿਹਾ ਇਨਸਾਫ ਹੈ ਤੇਰਾ ਜੈਲਦਾਰਾ? ਮੈਂ ਨਹੀਂ ਮੰਨਦਾ, ਛੱਡ ਦਿਓ ਮੈਨੂੰ। ਓਏ, ਚਾਹਾਂ ਤਾਂ ਤੇਰੇ ਟੁਕੜੇ ਟੁਕੜੇ ਕਰਕੇ ਗਲੀਆਂ 'ਚ ਖਿਲਾਰ ਦਿਆਂ, ਚਾਹਾਂ ਤਾਂ ਤੈਨੂੰ ਗੋਲੀ ਮਾਰ ਦਿਆਂ। ਕਿਹੋ ਜਿਹਾ ਕਾਨੂੰਨ ਹੈ ਤੇਰਾ ਜੈਲਦਾਰਾ? ਸਜ਼ਾ ਤਾਂ ਤੈਨੂੰ ਜ਼ਰੂਰ ਮਿਲੂਗੀ, ਤਾਂ ਕਿ ਅੱਗੇ ਤੋਂ ਤੇਰੇ ਪਿੰਡ ਦਾ ਕੋਈ ਵੀ ਸ਼ਖਸ ਇਸ ਪਿੰਡ ਵਿੱਚ ਦੀ ਲੰਘੇ ਤਾਂ ਸਿਰ ਝੁਕਾ ਕੇ ਲੰਘੇ। ਬਸ ਵੀਰਾ, ਇਹਨੂੰ ਮਾਫ ਕਰ ਦੇ। ਸ਼ਿੰਗਾਰਿਆ, ਇਹਨੂੰ ਇਸ ਪਿੰਡ ਦੀ ਜੂ ਤੋਂ ਬਾਹਰ ਛੱਡਿਆ। ਤੇਰੀ ਜਾਨ ਮੈਂ ਇਸ ਕਰਕੇ ਬਖਸ਼ਤੀ ਤਾਂ ਕਿ ਤੂੰ ਇਸ ਪਿੰਡ ਦੇ ਕਾਇਦੇ ਕਾਨੂੰਨ ਨਹੀਂ ਸੀ ਜਾਣਦਾ। ਕੋ ਗਿਆ ਉਹ ਤੂੰ ਵਿਆਹ ਕਿਉਂ ਨਹੀਂ ਕਰਾਉਂਦਾ ਓਏ? ਉਹ ਬਸ ਬਾਈ ਡਰਦਾ ਹੀ ਨਹੀਂ ਕਰਾਉਂਦਾ। ਉਹ ਕਹਿੰਦੇ ਆ ਨਾ ਤੀਵੀਂ ਦੇ 365 66 ਚਲਿੱਤਰ ਹੁੰਦੇ ਆ। ਓਏ ਆ 365 ਤਾਂ ਸੁਣੇ ਸੀ, ਆ 66ਵਾਂ ਤੇਰੇ ਬੁੜੇ ਨੇ ਬਣਾਤਾ ਓਏ। ਉਹ 66ਵਾਂ ਨਾ ਜਿਹੜਾ ਬਾਈ, ਇਹ ਤਾਂ ਸਾਲਾ ਬਾਲਾ ਹੀ ਖਤਰਨਾਕ ਆ। ਉਹ ਕਿਹੜਾ ਬਈ? ਉਹ ਬਾਈ ਮੋਬਾਈਲ, ਇਹ ਜਿੱਦਣ ਦਾ ਮੋਬਾਈਲ ਆਇਆ ਨਾ, ਜਿਹੜੀ ਮਰਜ਼ੀ ਕੁੜੀ ਵੇਖ ਲਾ, ਸਾਲੀ ਹੱਥ 'ਚ ਕਿਤਾਬਾਂ ਹੁੰਦੀਆਂ, ਕੰਨ ਨੂੰ ਮੋਬਾਈਲ ਲੱਗਿਆ ਹੁੰਦਾ, ਟੇਢੀ ਟੇਢੀ ਐਂ ਜਾਂਦੀ ਹੁੰਦੀ ਆ ਜਿਵੇਂ ਕੰਨ ਡੁੱਲਦਾ। ਉਹ ਗੱਲ ਤਾਂ ਤੇਰੀ ਠੀਕ ਆ ਕੋ ਗਿਆ, ਪਰ ਉਹਨੇ ਜ਼ਿੰਦਗੀ ਦਾ ਜ਼ਰੂਰੀ ਅੰਗ ਬਣ ਚੁੱਕਿਆ। ਹੁਣ ਇਹ ਚਰਿੱਤਰ ਤੋਂ ਬਚਿਆ ਨਹੀਂ ਜਾ ਸਕਦਾ। ਪਰ ਬਾਈ ਇੱਕ ਗੱਲ ਤਾਂ ਮੰਨਣੀ ਪਊ, ਮੋਬਾਈਲ ਤੇ ਆਸ਼ਕੀ ਬੜੀ ਸੌਖੀ ਹੋ ਗਈ। ਅੱਗੇ ਤਾਂ ਮਸ਼ੂਕ ਦੀ ਗਲੀ 'ਚ 3-3 ਮਹੀਨੇ ਗੇੜੇ ਮਾਰਦੇ ਰਹਿੰਦੇ ਸੀਗੇ, ਬਾਅਦ 'ਚ ਪਤਾ ਲੱਗਦਾ ਸੀ ਵੀ ਮਸ਼ੂਕ ਤਾਂ ਨਾਨਕੀ ਗਈ ਵੀ ਆ ਹੁਣ ਬਟਨ ਦੱਬੋ, ਚਿਰੜ ਭੁੰਡੀ ਹਾਜ਼ਰ। ਚਿਰੜ ਭੁੰਡੀ? ਓਏ ਉਹ ਕੀ ਹੁੰਦੀ ਆ? ਮਸ਼ੂਕ ਹਾਜ਼ਰ। ਬਾਈ ਤੁਹਾਡੇ ਗੁਰਦਿੱਤੇ ਦਾ ਕਿਸੇ ਨੇ ਕਤਲ ਕਰਤਾ। ਹੁਣ ਆਉ ਸਵਾਦ ਜਿੱਤਿਆ। ਗੁਰਦਿੱਤੇ ਦਾ ਕਤਲ ਬਾਂਦਰਾਂ 'ਚ ਖਿੱਲਾਂ ਦੀ ਮੁੱਠ ਦਾ ਕੰਮ ਕਰੂ। ਅੱਗ ਤਾਂ ਲਾਤੀ ਆ, ਬਸ ਤੇਲ ਪਾਉਣਾ ਬਾਕੀ ਆ ਬਾਈ। ਓਏ ਕੰਮ ਤਾਂ ਬੰਤਾ ਅਮਲੀ ਕਰੂ। ਕਿਉਂ ਅਮਲੀਆ? ਐਸੀ ਮੀਨ ਵਜਾਉਂ ਮੈਂ ਸੱਪ ਸਿੱਧਾ ਜੈਲਦਾਰਾਂ ਦੀ ਕੋਠੀ 'ਚ ਵੜ ਜੂ। ਤੁਸੀਂ ਇਹ ਗੱਲ ਸਮਝਦੇ ਕਿਉਂ ਨਹੀਂ? ਨਸ਼ਾ ਤੇ ਕੁਰਸੀ ਦਾ ਲਾਲਚ ਆਪਣੀ ਹੀ ਕੁਲ ਦਾ ਨਾਸ਼ ਕਰ ਦਊ। ਤੁਸੀਂ ਇੰਜ ਨਹੀਂ ਕਰ ਸਕਦੇ। ਤੂੰ ਚੁੱਪ ਕਰ।
ਰੰਨਾ ਵਾਲੀ ਮੱਤ ਆਪਦੇ ਕੋਲੇ ਰੱਖ। ਵੀਰੇ ਵੀਰੇ ਕਿਨੇ ਕੀਤਾ ਮੇਰੇ ਭਰਾ ਦਾ ਕਤਲ ਮੇਰੇ ਭਾਈ ਨੂੰ ਕਿਨੇ ਮਾਰਿਆ ਕਿਨੇ ਕੋਈ ਨਾ ਬਾਈ ਹੋਣ ਲੱਗਾ ਮੈਨੂੰ ਇਹ ਗੱਲ ਦਾ ਪੱਕਾ ਪਤਾ ਇਹ ਕੰਮ ਆਪਣੇ ਲਾਗਲੇ ਪਿੰਡ ਦੇ ਫਤਿਹ ਸਿੰਘ ਨੇ ਕੀਤਾ। ਉਹ ਮੇਰਾ ਗਾਲ ਕਿਉਂ ਕੱਢਦਾ ਓਏ ਗੱਲ ਤਾਂ ਉਹਨਾਂ ਦੀ ਕੁੱਟ ਹਿੱਕ 'ਚ ਵੱਜ ਜਾਗੇ ਜਿਨ੍ਹਾਂ ਨੇ ਤੇਰੇ ਭਰਾ ਨੂੰ ਸੱਥ 'ਚ ਕੁੱਟਿਆ ਇੰਨਾ ਕੁੱਟਿਆ ਵਿਚਾਰਾ ਜ਼ਿੰਦਗੀ ਤੋਂ ਹਾਥੀ ਤੋਂ ਬੈਠਾ। ਫਤਿਹ ਸਿੰਘ ਤੂੰ ਇਹ ਚੰਗਾ ਨਹੀਂ ਕੀਤਾ ਮੇਰੇ ਰੱਬ ਵਰਗੇ ਵੀਰ ਦਾ ਕਤਲ ਕਰਤਾ ਤੇਰੀ ਕੁੱਲ ਦਾ ਨਾਸ ਕਰਕੇ ਰੱਖ ਦੋ ਨਾਸ ਕਰਕੇ ਰੱਖ ਦੋ। ਸੂਬੇ ਪੁੱਤਰ ਹਾਂਜੀ ਚਾਚਾ ਜੀ। ਅਸੀਂ ਜਰਾ ਸ਼ਹਿਰ ਜਾਈਏ। ਕੋਈ ਗੱਲ ਨਹੀਂ ਤੇ ਜੀ, ਘਰ ਦਾ ਖਿਆਲ ਰੱਖੀ। ਕੋਈ ਗੱਲ ਨਹੀਂ ਜੀ। ਚੰਗਾ ਵੀ ਫਤਿਹ, ਚੱਲ ਚੱਲੀਏ। ਬੈਠੋ ਵੀ ਮੁੰਡਿਓ। ਫਤਿਹ ਬਾਹਰ ਦੇਖਲ ਵੱਡਿਆ ਸੂਰਮਿਆ। ਆਪਣੀ ਆਵਾਜ਼ ਨੀਵੀਂ ਰੱਖ। ਪਹਿਲਾਂ ਇਹ ਦੱਸ ਤੂੰ ਹੈ ਕੌਣ? ਜੇ ਤੂੰ ਫਤਿਹ ਆ ਨਾ ਫੇਰ ਤਾਂ ਤੂੰ ਮੈਨੂੰ ਆਪਣੀ ਮੌਤ ਹੀ ਸਮਝ। ਜੈਲਦਾਰਾਂ ਦੀ ਦਹਲੀਜ਼ ਤੇ ਤਾਂ ਦੋਸਤਾਂ ਦਾ ਵੀ ਤੇ ਦੁਸ਼ਮਣਾਂ ਦਾ ਵੀ ਨਿੱਘਾ ਸਵਾਗਤ ਕੀਤਾ ਜਾਂਦਾ। ਤੂੰ ਦੱਸ ਤੈਨੂੰ ਕੀ ਚਾਹੀਦਾ? ਸੂਬੇ ਵੀਰੇ ਅੱਛਾ ਤਾਂ ਇਹ ਫਤਿਹ ਦੀ ਕਹਿਦੀ ਫਤਿਹ ਨੂੰ ਇਸ ਤੋਂ ਬਾਅਦ ਉਸੇ ਦੀ ਵਾਰੀ ਆ। ਅਮਰਤ ਉਮਰ ਦਹਲੀਜ਼ ਤੋਂ ਪੈਰ ਬਾਹਰ ਨਾ ਰੱਖੀ, ਨਹੀਂ ਮੇਰਾ ਮਰੇ ਦਾ ਮੂੰਹ ਦੇਖੇਗੀ। ਸੂਬੇ ਵੀਰੇ ਵੀਰੇ ਤੂੰ ਇਹ ਕੀ ਕੀਤਾ ਵੀਰੇ ਵੀਰੇ ਨਹੀਂ ਨਹੀਂ ਵੀਰੇ ਸ਼ਿੰਗਾਰਿਆ ਤੂੰ ਜਿਹੜਾ ਕੰਮ ਜੈਲਦਾਰਾਂ ਲਈ ਕੀਤਾ ਉਹਦੇ ਬਾਰੇ ਤਾਂ ਸਾਰਾ ਜੱਗ ਜਾਣਦਾ ਬਈ ਜਿਹੜਾ ਕੰਮ ਤੂੰ ਸਾਡੇ ਲਈ ਕੀਤਾ ਇਹਦੇ ਬਾਰੇ ਉਹਨਾਂ ਦਾ ਓੜਮਾ ਕੋੜਮਾ ਵੀ ਨਹੀਂ ਜਾਣਦਾ। ਇਸ ਲਈ ਆ ਫੜ ਤੇਰਾ ਇਨਾਮ ਪੂਰੇ 50,000। ਇਹ ਤਾਂ ਬਈ ਸ਼ੁਰੂਆਤਾਂ ਨੇ, ਅੱਗੇ ਅੱਗੇ ਦੇਖ ਡੱਬੂ ਅੱਗ ਲਾ ਕੇ ਕਿਤਨੇ ਕੰਧ ਤੇ ਚੜਦਾ। ਓਏ ਬੱਲੇ ਓ ਸ਼ਿੰਗਾਰਿਆ। ਪਰ ਬਈ ਚੰਨੋ ਦਾ ਕੀ ਕਰਾਂਗੇ? ਤੈਨੂੰ ਚੰਨੋ ਤੋਂ ਬਿਨਾ ਹੋਰ ਕੁਝ ਨਹੀਂ ਸੋਚਦਾ? ਸ਼ਿੰਗਾਰਾ ਸਿਆ ਤੂੰ ਸਾਨੂੰ ਖੁਸ਼ ਕਰਦਾ ਜਾ। ਤੇਰੀ ਤਾਂ ਰਜਾਈ 'ਚ ਵੀ ਰੋ ਨਹੀਂ, ਨੋਟ ਭਰ ਦਿਆਂਗੇ ਨੋਟ। ਮਾਲਕੋ ਉਹ ਤੇਰੀ ਕਿਹਨੇ ਪੂਛ ਨੂੰ ਅੱਗ ਲਾਤੀ? ਆਤਿਸ਼ਬਾਜ਼ੀ ਵਾਂਗੂ ਸਿੱਧਾ ਹੀ ਭੱਜਾ ਆਉਂਦਾ। ਰੱਬ ਖੈਰ ਕਰੇ। ਅਮਰਤ ਨੇ ਸੂਬੇ ਵਾਲਾ ਕੰਡਾ ਕੱਢ ਕੇ ਤਾਂ ਕਮਾਲ ਕਰਤੀ। ਉਹ ਵੀ ਫਤਿਹ ਸਿੰਘ ਦੇ
ਘਰੇ ਜਾ ਕੇ ਬੱਲੇ ਬੇਸ਼ਨ ਕੁਰੇ ਅਮਲੀ ਲਈ ਘਿਓ ਦਾ ਛੰਨਾ ਭਰ ਕੇ ਲਿਆ। ਇਹੋ ਜੀ ਖਬਰ ਸੁਣਨ ਨੂੰ ਤਾਂ ਕੰਨ ਹੀ ਤਰਸ ਗਏ ਸੀ। ਵਾਹ, ਐਵੇਂ ਨਹੀਂ ਕਹਿੰਦੇ ਬੰਤਾ ਅਮਲੀ। ਭਾਈ ਮੈਂ ਚੱਲਦਾ, ਉੱਥੇ ਜਾ ਕੇ ਦੇਖਦਾ ਕੀ ਗੱਲਬਾਤ ਆ। ਜਾ ਸ਼ਿੰਗਾਰਿਆ ਜਾ, ਕੋਈ ਤਾਂ ਮਿਲਿਆ ਜਿਹਨੇ ਜੈਲਦਾਰਾਂ ਦਾ ਕਿੱਲਾ ਠੋਕਤਾ। ਚੱਲ ਤਾਇਆ ਸੁੱਟ ਪੱਤਾ। ਬਈ ਅੱਜ ਤਾਂ ਮੇਰਾ ਪੱਤਾ ਸਿੱਟਣ ਨੂੰ ਦਿਲ ਨਹੀਂ ਕਰਦਾ। ਕੱਲ ਜੈਲਦਾਰਾਂ ਦੇ ਮੁੰਡੇ ਦਾ ਕਤਲ ਹੋ ਗਿਆ, ਉਹ ਵੀ ਦਿਨ ਦਿਹਾੜੇ। ਬਈ ਬੜਾ ਮਾੜਾ ਹੋਇਆ, ਖੁੰਭ ਵਰਗਾ ਜਵਾਨ ਸੀ। ਬਾਈ ਹੁਣ ਪਤਾ ਲੱਗੂ ਕਾਤਲ ਨੂੰ ਸੱਥ ਵਿੱਚ ਸਜ਼ਾ ਮਿਲਦੀ ਆ ਜਾਂ ਨਹੀਂ। ਬੜਕ ਮਾਰ ਕੇ ਗਿਆ ਸੀ। ਬਈ ਮੈਂ ਤਾਂ ਸੁਣਿਆ ਸੂਬੇ ਨੇ ਆਪਣੇ ਆਪ ਨੂੰ ਗੋਲੀ ਮਾਰੀ ਆ। ਕੀ ਸੱਚ ਆ ਕੀ ਝੂਠ ਆ, ਇਹ ਤਾਂ ਰੱਬ ਹੀ ਜਾਣਦਾ। ਭਾਈ ਬਗੇਲ ਸਿਓ, ਆਪਣੇ ਘਰ ਵਿੱਚ ਜੋ ਵੀ ਹੋਇਆ ਚੰਗਾ ਨਹੀਂ ਹੋਇਆ। ਤੇਰੇ ਭਰਾ ਦਾ ਕਤਲ ਕਿਵੇਂ ਹੋਇਆ? ਕਿਆ ਨਾ ਥਾਣੇਦਾਰਾ, ਕਿਸੇ ਨੇ ਨਹੀਂ, ਤੇ ਨਾ ਹੀ ਸਾਨੂੰ ਕਿਸ ਤੇ ਕੋਈ ਸ਼ੱਕ ਹੈ, ਤੇ ਨਾ ਸਾਡੀ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਹੈ। ਫਤਿਹ ਸਿੰਘ, ਇਹ ਵਾਰਦਾਤ ਕਿਸੇ ਤੋਂ ਛੁਪੀ ਨਹੀਂ ਹੈ, ਪਰ ਫਿਰ ਵੀ ਤੂੰ ਕਾਤਲ ਦਾ ਨਾਮ ਲੈਣਾ ਨਹੀਂ ਚਾਹੁੰਦਾ। ਇਹ ਗੱਲ ਠੀਕ ਨਹੀਂ ਹੈ। ਕਾਨੂੰਨ ਨਾਲ ਖਿਲਵਾੜ ਬਹੁਤ ਮਹਿੰਗਾ ਪਊਗਾ। ਕਿਆ ਨਾ ਥਾਣੇਦਾਰਾ, ਉਹਨੇ ਆਪਣੇ ਆਪ ਨੂੰ ਗੋਲੀ ਮਾਰੀ ਆ। ਪਰ ਕੋਈ ਨਾ ਗੱਲ ਤਾਂ ਜ਼ਰੂਰ ਹੋਊਗੀ। ਬਸ ਅਣਖ ਅਣਖ ਤਾਂ ਸਾਡੇ ਖੂਨ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ। ਮੈਂ ਕੁਝ ਸਮਝਿਆ ਨਹੀਂ। ਬਸ ਬਹੁਤ ਹੋ ਗਈ ਥਾਣੇਦਾਰਾ, ਜਾ ਚਲਾ ਜਾ, ਜਦੋਂ ਲੋੜ ਪਊ ਉਦੋਂ ਆਪੇ ਬੁਲਾ ਲਵਾਂਗੇ। ਬਗੇਲ ਸਿੰਘ, ਜੇ ਤੂੰ ਸੋਚਦਾ ਕਿ ਮੈਂ ਕਾਨੂੰਨ ਨੂੰ ਆਪਣੀ ਮੁੱਠੀ ਵਿੱਚ ਲੈ ਲਵਾਂਗਾ ਤੇ ਇਹ ਮੈਂ ਹਰਗਿਜ਼ ਨਹੀਂ ਹੋਣ ਦੇਵਾਂਗਾ। ਚਲੋ ਮੁੰਡਿਓ। ਸ਼ਿੰਗਾਰਿਆ, ਲਿਆ ਮੇਰਾ ਪਿਸਤੌਲ। ਸਜ਼ਾ ਤਾਂ ਉਹਨੂੰ ਪਿੰਡ ਦੀ ਸੱਥ ਵਿੱਚ ਹੀ ਮਿਲੂ। ਜਾਓ ਮੁੰਡਿਓ, ਜਾਓ। ਨਹੀਂ ਚਾਚਾ, ਅੱਜ ਨਹੀਂ। ਨਹੀਂ ਮਾਂ ਨਹੀਂ, ਮੈਂ ਜਦੋਂ ਤੱਕ ਫਤਿਹ ਦੀ ਹਿੱਕ ਵਿੱਚ ਪਾੜ ਨਹੀਂ ਨਾ ਪਾ ਦਿੰਦਾ ਮੈਨੂੰ ਚੈਨ ਨਹੀਂ ਮਿਲਣਾ। ਨਹੀਂ ਪੁੱਤਰ ਨਹੀਂ, ਤੈਨੂੰ ਨਹੀਂ ਪਤਾ ਉਹ ਕਿੰਨੇ ਖਤਰਨਾਕ ਨੇ। ਉਹ ਕੀ ਖਤਰਨਾਕ ਨੇ ਮਾਂ, ਜਦੋਂ ਇੱਕ ਸ਼ਰੀਫ ਆਦਮੀ ਨਾ ਕਿਸੇ ਦੇ ਖਿਲਾਫ ਖੜਾ ਹੋ ਜਾਂਦਾ, ਵੱਡੇ ਵੱਡੇ ਬਦਮਾਸ਼ਾਂ ਦੇ ਜੜਾਂ ਹਿਲ ਜਾਂਦੀਆਂ ਨੇ। ਉਹ ਤਾਂ ਮਾਮੂਲੀ ਮੁੱਠੀ ਭਰ ਗੁੰਡੇ ਨੇ। ਹਰ ਵੇਲੇ ਜੋਸ਼ ਤੋਂ ਨਹੀਂ, ਹੋਸ਼ ਤੋਂ ਵੀ ਕੰਮ ਲਈਦਾ ਪੁੱਤਰਾ। ਮਾਂ ਤੂੰ ਮੈਨੂੰ ਆਸ਼ੀਰਵਾਦ ਦੇ ਤੇ ਜਲਦੀ ਤੋਂ ਜਲਦੀ ਫਤਿਹ ਨਾਲ ਮੇਰਾ ਸਾਹਮਣਾ ਹੋ ਜੇ। ਸੌਰੀ ਯਾਰ, ਮੇਰਾ ਧਿਆਨ ਕਿਤੇ ਹੋਰ ਸੀ। ਕਿਤੇ ਤੇਰੇ ਸੱਟ ਤਾਂ ਨਹੀਂ ਲੱਗੀ? ਕੋਈ ਗੱਲ ਨਹੀਂ ਯਾਰ, ਦਰਅਸਲ ਧਿਆਨ ਮੇਰਾ ਵੀ ਕਿਤੇ ਹੋ ਰਹੀ ਸੀ। ਚੰਗਾ, ਮਿਲਦੇ ਆ ਫਿਰ। ਮਾਂ ਕਿਉਂ ਫਿਕਰ ਕਰੀ ਜਾਂਦੀ ਆ? ਬਾਈ ਖੇਤ ਹੀ ਗਿਆ ਹੂੰ, ਨਾਲੇ ਤੂੰ ਫਿਕਰ ਨਾ ਕਰ। ਕੋਗੇ ਜਾ ਕੇ ਦੇਖ, ਜੇ ਬਾਈ ਖੇਤ ਹੋਇਆ ਨਾ ਤੇ ਉਹਨੂੰ ਘਰੇ ਭੇਜ ਦੇ। ਚੰਗਾ ਬਾਈ, ਜਿਵੇਂ ਤੇਰੀ ਮਰਜ਼ੀ, ਉਵੇਂ ਕਰ ਦਿੰਦੇ ਆ। ਅਮਰਤ ਕਿੱਥੇ ਹੈ? ਪਹਿਲਾਂ ਇਹ ਦੱਸ ਤੂੰ ਕੌਣ ਆ?
ਮੈਨੂੰ ਸਵਾਲ ਨਹੀਂ ਸਿਰਫ ਜਵਾਬ ਚਾਹੀਦਾ। ਓਏ ਕੌਣ ਆ ਤੂੰ? ਆ ਕੀ ਬਦਤਮੀਜ਼ੀ ਆ? ਅੱਛਾ ਤਾਂ ਤੂੰ ਇਹ ਅਮਰਤ? ਜੇ ਅੰਮ੍ਰਿਤ ਘਰੇ ਹੁੰਦਾ ਨਾ ਤਾਂ ਤੂੰ ਦੇ ਨਹੀਂ ਟੱਪਣੀ। ਫਿਲਹਾਲ ਤੂੰ ਮੈਨੂੰ ਹੀ ਅੰਮ੍ਰਿਤ ਸਮਝ। ਵੈਸੇ ਤਾਂ ਮੈਨੂੰ ਤੇਰਾ ਭਰਾ ਅਮਰਤ ਚਾਹੀਦਾ ਸੀ, ਪਰ ਜੇ ਤੇਰਾ ਗਰੂਰ ਨਾ ਤੋੜਿਆ ਤਾਂ ਤੇਰੀ ਨਿਗਾਹ ਫਤਿਹ ਦੀ ਔਕਾਤ ਹੀ ਕੀ ਰਹਿ ਜੂ। ਨਾ ਪੁੱਤ ਨਾ, ਮੈਂ ਪਹਿਲਾਂ ਹੀ ਆਪਣੇ ਇੱਕ ਪੁੱਤ ਖੋ ਚੁੱਕੀ ਆ। ਮੈਂ ਤਾਂ ਹੁਣ ਇਹ ਦੁੱਖ ਬਰਦਾਸ਼ਤ ਨਹੀਂ ਹੋਣਾ। ਪੁੱਤਰ ਕਹਿ ਕੇ ਤੂੰ ਮੇਰੇ ਹੱਥ ਬੰਨ ਦਿੱਤਿਆ ਮਾਂ, ਪਰ ਤੇਰਾ ਦੂਜਾ ਪੁੱਤਰ ਗੁਨਾਹਗਾਰ ਹੈ, ਉਹਨੂੰ ਤਾਂ ਸਜ਼ਾ ਮਿਲੂਗੀ। ਕੀ ਗੁਨਾਹ ਕੀਤਾ ਮੇਰੇ ਪੁੱਤਰ ਨੇ? ਉਸ ਦੀ ਵਜ੍ਹਾ ਨਾਲ ਮੇਰੇ ਭਰਾ ਨੇ ਆਤਮ ਹੱਤਿਆ ਕੀਤੀ। ਗੁਨਾਹਗਾਰ ਤੇ ਤੂੰ ਹੈ। ਤੂੰ ਤਾਂ ਮੇਰੇ ਪੁੱਤ ਨੂੰ ਸੱਥ 'ਚ ਕਤਲ ਕੀਤਾ ਸੀ। ਤੂੰ ਮੱਕਾਰ ਹੈ, ਝੂਠਾ ਹੈ, ਤੂੰ ਕਮੀਨਾ ਹੈ ਤੂੰ। ਨਹੀਂ, ਇਹ ਨਹੀਂ ਹੋ ਸਕਦਾ। ਜੇ ਮੈਂ ਗੁਨਾਹਗਾਰ ਹਾਂ ਤਾਂ ਉਸ ਦਾ ਫੈਸਲਾ ਵੀ ਪਿੰਡ ਦੀ ਸੱਥ ਵਿੱਚ ਹੋਵੇਗਾ। ਜੇ ਮੈਂ ਗੁਨਾਹਗਾਰ ਹਾਂ ਤਾਂ ਬੰਦੂਕ ਤੇਰੇ ਪੁੱਤ ਦੀ ਹੋਵੇਗੀ ਤੇ ਸਿਰ ਤੇਰੇ ਪੁੱਤ ਦੇ ਕਾਤਲ ਦਾ। ਇਹ ਜੈਲਦਾਰ ਫਤਿਹ ਦਾ ਵਾਅਦਾ ਹੈ ਤੇਰੇ ਨਾਲ ਮਾਂ। ਕੀ ਗੱਲ ਵੀਰੇ ਇੱਥੇ ਖੜਾ? ਉਹ ਕੁਛ ਨਹੀਂ ਯਾਰ, ਮੋਟਰਸਾਈਕਲ ਖਰਾਬ ਹੋ ਗਿਆ ਸੀ। ਚੰਗਾ ਕੀਤਾ ਬੱਬੂ ਤੂੰ ਆ ਗਿਆ। ਠੀਕ ਹੈ, ਜ਼ਰੂਰੀ ਕੰਮ ਚੱਲਣਾ। ਆ ਜਾਓ ਮੁੰਡਿਓ, ਆ ਗਿਆ ਸ਼ਿਕਾਰ। ਛੱਕਾ ਨਹੀਂ ਜਾਣਾ ਚਾਹੀਦਾ ਅੱਜ। ਇਹ ਰੁਕ ਜਾ ਓਏ, ਤੇਰੀ ਮੌਤ ਇੱਥੇ ਖਿੱਚ ਕੇ ਲਿਆਈ ਆ। चलो ओए ओए चलो, हो गया काम। चलो 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 चलो। विरे 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 भाई जी मेरी मदद करो। विरे विरे ਕੀ ਗੱਲ ਪੁੱਤਰਾ, ਅੱਜ ਬੜਾ ਗੁੱਸੇ 'ਚ ਲੱਗਦਾ। ਚਾਚਾ ਸ਼ਿੰਗਾਰਾ ਕਿੱਥੇ ਹੈ? ਪਰ ਗੱਲ ਤਾਂ ਦੱਸ। ਗੁਰਦਿੱਤੇ ਦਾ ਕਿਸੇ ਨੇ ਕਤਲ ਕੀਤਾ ਤੇ ਉਸ ਦਾ ਇਲਜ਼ਾਮ ਉਸ ਦੀ ਮਾਂ ਨੇ ਮੇਰੇ ਤੇ ਲਾਇਆ। ਇਸੇ ਲਈ ਤਾਂ ਉਸ ਦਿਨ ਅਮਰਤ ਆਪਣੇ ਘਰ ਆਇਆ ਸੀ, ਜਿਸ ਦੀ ਵਜ੍ਹਾ ਨਾਲ ਸੂਬੇ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ। ਇਸ ਦਾ ਮਤਲਬ ਗੁਨਾਹਗਾਰ ਅਮਰਤ ਨਹੀਂ, ਕੋਈ ਹੋਰ ਹੀ ਹੈ। ਪਰ ਸ਼ਿੰਗਾਰਾ ਕਾਤਲ ਨਹੀਂ ਹੋ ਸਕਦਾ। ਬਿਲਕੁਲ ਠੀਕ ਚਾਚੇ, ਪਰ ਉਹਨਾਂ ਕਾਤਲਾਂ ਤੱਕ ਆਪਾਂ ਨੂੰ ਸ਼ਿੰਗਾਰਾ ਹੀ ਪਹੁੰਚਾ ਸਕਦਾ। ਮੈਂ ਕਿਸੇ ਨੂੰ ਮਾਂ ਕਹਿ ਕੇ ਵਾਅਦਾ ਕੀਤਾ, ਮੈਨੂੰ ਹਰ ਹਾਲਤ ਵਿੱਚ ਗੁਰਦਿੱਤੇ ਦੇ ਕਾਤਲ ਚਾਹੀਦੇ ਆ। ਸਿਮਰ ਪੁੱਤਰ, ਉਸ ਦਿਨ ਸੂਬਾ ਤੇ ਅਮਰਤ ਜਦੋਂ ਹੱਥੋਂ ਪਾਈ ਹੋ ਰਹੇ ਸੀ
ਤਾਂ ਸ਼ਿੰਗਾਰਾ ਘਰੇ ਸੀ? ਨਹੀਂ ਚਾਚਾ ਜੀ। ਮੈਨੂੰ ਪਤਾ ਸ਼ਿੰਗਾਰਾ ਬਿਲੂ ਕਿੱਥੇ। ਪੁੱਤਰਾ ਗੱਲ ਤਾਂ ਸੁਣ। ਕੋਈ ਇਹੋ ਜਿਹਾ ਤੀਰ ਮਾਰ ਕਿ ਤੋਤਾ ਵੀ ਉੱਡ ਜੇ ਤੇ ਅੰਬ ਵੀ ਸਾਡੇ ਹੱਥ 'ਚ ਹੀ ਹੋਵੇ। ਬਈ ਇੱਕ ਗੱਲ ਤਾਂ ਪੱਕੀ ਐ ਬਈ ਕਰਦੇ ਪੇਤੀ ਬਿਨਾ ਲਾਂਕਾ ਨਹੀਂ ਟੈਂਦੀ। ਤੂੰ ਚੁੱਪ ਕਰ ਓਏ ਅਮਲੀਆ। ਵੇਖੀ ਚੱਲ ਅਰਜਨ ਬਾਈ, ਕੱਲ ਐਸਾ ਵਾਰ ਕਰੂੰ ਬੈਰੀਆਂ ਦੀ ਰੀੜ ਦੀ ਹੱਡੀ ਟੁੱਟ ਜਾਣੀ ਆ। ਕੱਲ ਜਦੋਂ ਮੈਂ ਜੈਲਦਾਰ ਦੀ ਕੁਰਸੀ ਤੇ ਬੈਠੂਗਾ ਨਾ ਤਾਂ ਮੇਰੀ ਨਜ਼ਰ 'ਚ ਤੇਰਾ ਰੁਤਬਾ ਹੋਰ ਵੀ ਉੱਚਾ ਹੋ ਜਾਊਗਾ। ਚੰਗਾ ਅਰਜਨ ਬਾਈ, ਮੈਂ ਚੱਲਦਾ। ਪਰ ਬਾਈ ਚੰਨੋ ਦਾ ਕੀ ਕਰਾਂਗੇ? ਸਾਲਾ ਵੱਡਾ ਰੰਨਾ ਦਾ ਪੁਜਾਰੀ, ਕੀ ਗੱਲ ਚੱਲਦੀ ਆ ਉਹ ਸੁਣਿਆ ਕਰ ਪਹਿਲਾਂ। ਕੀ ਕਰਾਂ ਅੰਮ੍ਰਿਤ, ਹਾਲਾਤ ਹੀ ਇਹੋ ਜਿਹੇ ਹੋ ਗਏ, ਆਪਣਾ ਮਿਲਣਾ ਬਹੁਤ ਮੁਸ਼ਕਲ ਹੈ। ਪਰ ਕੀ ਕਰਾਂ, ਤੇਰੇ ਬਗੈਰ ਇੱਕ ਪਲ ਵੀ ਨਹੀਂ ਰਹਿ ਸਕਦੀ। ਕਿਹੋ ਜਿਹੀਆਂ ਗੱਲਾਂ ਕਰਦੀਆਂ ਸਿਮਰ? ਆਪਾਂ ਕਦੇ ਅਲੱਗ ਨਹੀਂ ਹੋਵਾਂਗੇ। ਕੀ ਤੂੰ ਇਹ ਸੱਚ ਕਹਿ ਰਿਹਾ? ਬਿਲਕੁਲ ਸੱਚ। ਜੇ ਨਹੀਂ ਯਕੀਨ ਆਉਂਦਾ ਨਾ ਮੇਰੇ ਦਿਲ ਤੇ ਹੱਥ ਰੱਖ ਕੇ ਵੇਖ, ਬਸ ਤੇਰਾ ਹੀ ਨਾਮ ਲੈਂਦਾ ਰਹਿੰਦਾ। ਜੀ ਕਰਦਾ ਆਪਾਂ ਕਦੇ ਵੱਖ ਨਾ ਹੋਈਏ। ਹੋਰ ਕੀ ਕੀ ਕਰਦਾ ਤੇਰਾ ਦਿਲ? ਖੰਭ ਲਾ ਕੇ ਕਿਤੇ ਦੂਰ ਅੰਬਰਾਂ ਤੇ ਉੱਡ ਜਾਈਏ, ਕਿੰਨੀ ਸੋਹਣੀ ਕਾਇਨਾਤ। ਪਰ ਤੇਰੀ ਅੱਖਾਂ ਤੇ ਮੁਖੜੇ ਤੋਂ ਸੋਹਣੀ ਨਹੀਂ। ਜੀ ਕਰਦਾ ਵੇਖਦੇ ਹੀ ਰਵਾਂ। ਕਿੰਨੇ ਸੋਹਣੇ ਸਰੋਂ ਦੇ ਫੁੱਲ ਨੇ, ਇੱਕ ਤੋੜ ਕੇ ਤੇਰੇ ਵਾਲਾਂ ਵਿੱਚ ਸਜਾ ਦਿੰਦਾ। ਓ ਮਾਈ ਗॉड, ਸ਼ੁਕਰ ਹੈ ਤਾਂ ਸੁਪਨਾ ਸੀ। ਹੇ ਵਾਹਿਗੁਰੂ, ਮੇਰੇ ਅਮਰਤ ਨੂੰ ਕੁਛ ਨਾ ਹੋਇਆ ਹੋਵੇ। ਬਾਈ ਹੁਣ ਤੂੰ ਠੀਕ ਹੈ ਨਾ? ਤੇ ਨਾਲੇ ਉਹ ਬੰਦੇ ਹੈ ਕੌਣ ਸੀ? ਪਤਾ ਨਹੀਂ ਕੌਣ ਸੀ, ਕਮੀਨਿਆਂ ਨੇ ਪਿੱਠ ਤੇ ਵਾਰ ਕੀਤਾ। ਉਹ ਜ਼ਰੂਰ ਫਤਿਹ ਦੇ ਬੰਦੇ ਸੀ। ਪੁੱਤਰ, ਉਹ ਫਤਿਹ ਦੇ ਬੰਦੇ ਨਹੀਂ ਹੋ ਸਕਦੇ। ਇਹ ਗੱਲ ਤੂੰ ਦਾਅਵੇ ਨਾਲ ਕਿਵੇਂ ਕਹਿ ਸਕਦੀ ਆ ਮਾਂ? ਤੈਨੂੰ ਪਤਾ ਤੇਰੀ ਜਾਨ ਕਿਸ ਨੇ ਬਚਾਈ? ਪਤਾ ਨਹੀਂ ਮਾਂ, ਕੋਈ ਅਣਜਾਣ ਜਿਹਾ ਫਰਿਸ਼ਤਾ ਸੀ। ਨਹੀਂ, ਉਹ ਫਤਿਹ ਦਾ ਭਰਾ ਤਾਰੂ ਸੀ। ਤੇ ਨਾਲੇ ਫਤਿਹ ਆਪਣੇ ਘਰ ਆਇਆ ਸੀ ਤੇ ਮੈਨੂੰ ਮਾਂ ਕਹਿ ਕੇ ਮੇਰੇ ਨਾਲ ਵਾਅਦਾ ਕਰਕੇ ਗਿਆ ਮੇਰੇ ਪੁੱਤ ਦੇ ਕਾਤਲ ਨੂੰ ਫੜਾਉਣ ਦਾ। ਬਈ ਵਾਹ, ਨਾਲੇ ਚੋਰ ਤੇ ਨਾਲੇ ਚਤਰਾਈਆਂ। ਓਏ ਕਾਤਲ ਉਹ ਆਪ ਆ ਤੇ ਕਾਤਲ ਨੂੰ ਲੱਭਦਾ ਫਿਰਦਾ। ਨਹੀਂ ਪੁੱਤਰ, ਉਹ ਬੰਦਾ ਕਾਤਲ ਨਹੀਂ ਹੋ ਸਕਦਾ। ਇੱਕ ਮਾਂ ਦਾ ਦਿਲ ਕਹਿੰਦਾ। ਹੁਣ ਤਾਂ ਮੈਨੂੰ ਹੀ ਕੁਝ ਕਰਨਾ ਪਊ ਇਸ ਕੇਸ ਦੀ ਜੜ ਤੱਕ ਪਹੁੰਚਣ ਲਈ। ਚੰਗਾ ਪੁੱਤ, ਤੂੰ ਆਰਾਮ ਕਰ। ਮੈਂ ਤੇਰੇ ਲਈ ਗਰਮ ਦੁੱਧ ਲੈ ਕੇ ਆਉਣੀ ਆ, ਕੀ ਪਾ ਕੇ। ਠੀਕ ਆ ਮਾਂ। ਤੇ ਨਾਲੇ ਤੇਰਾ ਬਾਪੂ ਉਦੋਂ ਤੀਕ ਆ ਜਾਊਗਾ। ਪੈ ਜਾ। ਰੁਕ ਜਾ ਸਿੰਗਾਰਿਆ, ਐਡੀ ਵੀ ਕਿਹੜੀ ਕਾਲੀ ਆ। ਫਤਿਹ ਤੂੰ ਇੱਥੇ? ਮੈਂ ਘਰ ਹੀ ਆ ਰਿਹਾ ਸੀ। ਜਦੋਂ ਪਿਆਸ ਲੱਗਦੀ ਹੈ ਨਾ ਤਾਂ ਪਿਆਸੇ ਨੂੰ ਖੂਹ ਕੋਲੇ ਆਉਣਾ ਪੈਂਦਾ। ਮੈਂ ਕੁਝ ਸਮਝਿਆ ਨਹੀਂ। ਗੁਰਦਿੱਤੇ ਦਾ ਕਤਲ ਕਿਸਨੇ ਕੀਤਾ? ਮੈਨੂੰ ਕੀ ਪਤਾ, ਨਾਲੇ ਮੈਂ ਉਹਨੂੰ ਪਿੰਡ ਦੀ ਜੂਟ ਪਾਇਆ ਸੀ। ਉਹ ਮੈਨੂੰ ਆਪਣੇ ਉੱਤੇ ਹੱਥ ਚੱਕਣ ਵਾਸਤੇ ਮਜਬੂਰ ਨਾ ਕਰ। ਕਿਹਾ ਨਾ, ਮੈਨੂੰ ਕੀ ਪਤਾ, ਮੈਂ ਉਹਦਾ ਬਾਡੀਗਾਰਡ ਲੱਗਿਆ ਹੋਇਆ। ਉਹ ਤੇਰੇ ਤਾਂ ਜਾਂਦੇ ਵੀ ਦੱਸਣਗੇ। ਬੈਠ ਦੇ, ਚੱਲ ਬਾਹਰ ਲੈ ਕਰੇ। ਬਾਈ ਜੇ ਕਾਤਲ ਫਤਿਹ ਨਹੀਂ ਨਾ ਤਾਂ ਫਤਿਹ ਦੇ ਪਿੰਡ ਦਾ ਕੋਈ ਨਾ ਕੋਈ ਜ਼ਰੂਰ ਹੋਊ। ਮੈਂ ਜਦੋਂ ਤੱਕ ਫਤਿਹ ਨੂੰ ਸਜ਼ਾ ਨਹੀਂ ਨਾ ਦੇ ਦਿੰਦਾ, ਫਤਿਹ ਨੂੰ ਤੇ ਉਸ ਪਿੰਡ ਦੇ ਕਿਸੇ ਵੀ ਬੰਦੇ ਨੂੰ ਮੈਂ ਚੈਨ ਨਾਲ ਰਹਿਣ ਨਹੀਂ ਦੇਣਾ। ਬਾਈ ਫੇਰ ਕੀ ਸੋਚਿਆ? ਉਸ ਪਿੰਡ ਦੀ ਇੱਟ ਦੇ ਨਾਲ ਮੈਂ ਇੱਟ ਵਜਾ ਦੇਣੀ ਆ। ਅੱਜ ਤੋਂ ਬਾਅਦ ਦਹਿਸ਼ਤ ਦਾ ਦੂਜਾ ਨਾਂ ਹੋਊ ਅਮਰਤ। ਅਮਰਤ,
ਤੂੰ ਇੱਥੇ ਮੈਨੂੰ ਬਹੁਤ ਡਰ ਲੱਗਦਾ ਅਮਰਤ। ਕਿਉਂ? ਗੁਰਦੀਤੇ ਦਾ ਕਾਤਲ ਕੋਈ ਹੋਰ ਹੈ, ਮੇਰਾ ਭਰਾ ਨਹੀਂ। ਤਾਂ ਫਿਰ ਤੂੰ ਦੱਸ ਹੀ ਦੇ ਉਹਦਾ ਅਸਲੀ ਕਾਤਲ ਕੌਣ ਆ। ਪੱਕਾ ਤਾਂ ਪਤਾ ਨਹੀਂ, ਪਰ ਵੀਰ ਨੂੰ ਸ਼ੱਕ ਸ਼ਿੰਗਾਰੇ ਤੇ ਆ। ਹਟ ਪਿੱਛੇ। ਅਮਰਤ ਗੱਲ ਤਾਂ ਸੁਣ। ਫਤਿਹ ਪੁੱਤਰ, ਮੈਨੂੰ ਇੱਕ ਗੱਲ ਸਮਝ ਨਹੀਂ ਆਈ। ਉਹ ਇੰਨੀ ਮਾਰ ਖਾਣ ਦੇ ਬਾਵਜੂਦ ਵੀ ਕੁਝ ਬਕਿਆ ਨਹੀਂ। ਬਾਈ ਇੱਕ ਪਰੇਡ ਮੈਨੂੰ ਲਾਉਣ ਦੇ, ਦੇਖੀ ਕਿਵੇਂ ਬਕਦਾ। ਬਕੂਗਾ, ਕੱਲੇ ਕੱਲੇ ਦਾ ਨਾ ਬਕੂਗਾ। ਸਤਿ ਸ੍ਰੀ ਅਕਾਲ ਸਰਦਾਰ ਜੀ। ਆ ਬੰਤਾ ਸਿੰਘ ਕਿਵੇਂ ਆਉਣਾ ਹੋਇਆ? ਸਰਦਾਰ ਜੀ ਮੂੰਹ ਛੋਟਾ, ਬਾਤ ਵੱਡੀ ਹੈ, ਡਰ ਲੱਗਦਾ। ਡਰਨ ਦੀ ਲੋੜ ਨਹੀਂ ਬੰਤਾ ਸਿਆ, ਖੁੱਲ ਕੇ ਬੋਲੋ ਜੋ ਵੀ ਕਹਿਣਾ ਚਾਹੁੰਦਾ। ਉਹ ਆਪਣੀ ਕੁੜੀ ਹੈ ਨਾ, ਤੇ ਉਹ ਮੁੰਡਾ ਅਮਰਤ ਖੇਤਾਂ 'ਚ। ਬੰਤਿਆ ਗੱਲ ਸੱਚੀ ਆ ਤੁਹਾਡੀ। ਮਾਂ ਸਿਮਰ ਕਿੱਥੇ ਆ? ਉਹ ਤਾਂ ਕਹਿੰਦੀ ਸੀ ਮੈਂ ਆਪਦੀ ਸਹੇਲੀ ਨੂੰ ਮਿਲਣ ਚੱਲੀ ਆ। ਚਲੋ ਮੁੰਡਿਓ। ਹੁਣ ਜੰਗਾਲ ਲਾਉਣ ਦਾ ਮੌਕਾ ਆ ਗਿਆ ਜਿੱਤਿਆ। ਓਏ ਇਹ ਕੀ ਰੱਖ ਇਹਨੂੰ ਉੱਥੇ। ਬਈ ਗਲਤੀ ਹੋ ਗਈ। ਰੱਖੇ ਤੂੰ। ਆ ਲੈ, ਮੈਂ ਕਿਹਾ ਬਈ ਪਾਤਾ ਪਟਾਕਾ, ਉਹਨਾਂ ਨੇ ਕੋਈ ਖੇਤਨਾ। ਹੁਣ ਪਤਾ ਲੱਗੂ ਵੱਡੇ ਅਣਖਾਂ ਵਾਲਿਆਂ ਨੂੰ ਜਦੋਂ ਇਹਨਾਂ ਦੀ ਪੱਤ ਗਲੀ ਗਲੀ ਦੇ ਵਿੱਚ ਬਦਨਾਮ ਹੋਈ। ਓਏ ਆ ਫੜ ਬੰਤਿਆ ਤੇਰਾ ਨਾਮ। ਪਰ ਬਈ ਇੱਕ ਬੁਰੀ ਖਬਰ ਹੈ। ਉਹ ਕਿਹੜੀ ਖਬਰ ਅਮਲੀਆ? ਬਈ ਫਤਿਹ ਨੂੰ ਸ਼ਿੰਗਾਰੇ ਤੇ ਸ਼ੱਕ ਹੋ ਗਿਆ ਤੇ ਉਹਨਾਂ ਸ਼ਿੰਗਾਰੇ ਨੂੰ ਘਰੇ ਬੰਨ ਲਿਆ, ਤੇ ਜੇ ਸ਼ਿੰਗਾਰੇ ਨੇ ਜ਼ਬਾਨ ਖੋਲਤੀ। ਤੂੰ ਫਿਕਰ ਹੀ ਨਾ ਕਰ, ਉਹ ਜ਼ਬਾਨ ਨਹੀਂ ਖੋਲੂਗਾ। ਪਰ ਬਈ ਜੇ ਖੋਲਤੀ ਤਾਂ ਤੂੰ ਜਾ ਅਮਲੀਆ, ਹਰ ਬਿਮਾਰੀ ਦਾ ਤੋੜ ਅਰਜਨ ਦੇ ਕੋਲ ਆ, ਬਾਕੀ ਸਾਡੇ ਤੇ ਛੱਡ ਦੇ। ਪਰ ਬਈ ਚੰਨੋ ਦਾ ਕੀ ਬਣੂ? ਸਾਲਾ ਚੰਨੋ ਦਾ। ਮੈਂ ਸੋਡੇ ਹੁੰਦੇ ਮੈਨੂੰ ਗਾਣਾ ਡਰ। ਫਤਿਹ ਹੋਸ਼ ਕਰ ਹੋਸ਼। ਜਵਾਨ ਪੈਣ ਤੇ ਹੱਥ ਨਹੀਂ ਚੱਕੀਦਾ। ਲੋਕ ਕੀ ਕਹਿਣਗੇ? ਪਰ ਚਾਚਾ, ਔਰਤ ਤੇ ਹੱਥ ਚੱਕਣਾ ਇਸ ਘਰ ਦੀ ਮਰਿਆਦਾ ਨਹੀਂ, ਇਸ ਘਰ ਦੀ ਇੱਜ਼ਤ। ਦਹਲੀਜ਼ ਤੋਂ ਬਾਹਰ ਪੈਰ ਰੱਖੇ ਇਹ ਵੀ ਮਰਜ਼ਾਦਾ ਨਹੀਂ ਚਾਚਾ। ਕਿਹਾ ਸੀ ਨਾ ਹੱਥ ਪੀਲੇ ਕਰਦੇ ਨੇ। ਮੈਂ ਕੀ ਕੀਤਾ? ਪਿਆਰ ਹੀ ਤਾਂ ਕੀਤਾ, ਕੋਈ ਗੁਨਾਹ ਤਾਂ ਨਹੀਂ ਕੀਤਾ। ਪਹਿਲਾ ਗੁਨਾਹ ਤਾਂ ਇਹ ਕਿ ਤੂੰ ਪਿਆਰ ਕੀਤਾ, ਤੇ ਦੂਜਾ ਉਹ ਵੀ ਇਸ ਘਰ ਦੇ ਵੈਰੀ ਨਾਲ। ਜੀ ਕਰਦਾ ਤੇਰੇ ਗੋਲੀ ਮਾਰ ਦਿਆਂ। ਭਾਈ ਭਾਈ ਹੁਣ ਤੈਨੂੰ ਕੀ ਹੋ ਗਿਆ? ਸਗਾਰੇ ਨੂੰ ਕੋਈ ਛੜਾ ਕੇ ਲੈ ਗਿਆ। ਓਏ ਤੁਸੀਂ ਇੱਕ ਬੰਦੇ ਨੂੰ ਸੰਭਾਲ ਕੇ ਨਹੀਂ ਰੱਖ ਸਕਦੇ? ਤਾਰੂ, ਸ਼ਿੰਗਾਰਾ ਪਿੰਡ ਦੀ ਜੂ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਆ ਜਾ। ਲੈ ਵੀ ਸ਼ਿੰਗਾਰਿਆ, ਤੈਨੂੰ ਮੌਤ ਦੇ ਮੂੰਹ ਚੋਂ ਕੱਢ ਕੇ ਸੁਰੱਖਿਆ ਜਗ੍ਹਾ ਤੇ ਲੈ ਆਏ ਆ। ਪਰ ਫਤਿਹ ਦੇ ਬੰਦੇ ਸੂ ਕੱਢ ਹੀ ਲੈਣਗੇ। ਤੂੰ ਫਿਕਰ ਨਾ ਕਰ ਸ਼ਿੰਗਾਰਿਆ, ਇੱਥੇ ਤਾਂ ਜਮਰਾਜ ਵੀ ਨਹੀਂ ਪਹੁੰਚ ਸਕਦਾ। ਫਤਿਹ ਤਾਂ ਚੀਜ਼ ਹੀ ਕੀ ਆ। ਇਹ ਠੀਕ ਕਹਿੰਦਾ ਸ਼ਿੰਗਾਰਿਆ। ਜਮਰਾਜ ਨੂੰ ਇੱਥੇ ਆਉਣ ਦੀ ਕੋਈ ਲੋੜ ਨਹੀਂ, ਕਿਉਂਕਿ ਹੁਣ ਮੈਂ ਇਹਨਾਂ ਨੂੰ ਜਮਰਾਜ ਕੋਲ ਹੀ ਭੇਜ ਦੇਣਾ।
ਤੂੰ ਸਾਡੇ ਪਿੰਡ ਦੀ ਜੂਹ 'ਚ ਪੈਰ ਕਿਵੇਂ ਰੱਖਿਆ ਓਏ? ਓਏ ਸ਼ੇਰਾਂ ਦੀ ਕੋਈ ਜੂਹ ਨਹੀਂ ਹੁੰਦੀ ਓਏ, ਤੇ ਨਾ ਹੀ ਤਾਕਤ ਦੀ ਕੋਈ ਹੱਦ। ਇਹ ਸ਼ਿਕਾਰੇ ਤੱਕ ਨਾ ਪਹੁੰਚ ਪਾਵੇ। ਚੱਲੋ ਨਾਰਿਆ। ਸ਼ਿਕਾਰਿਆ, ਤੂੰ ਐ ਭੱਜ ਨਹੀਂ ਸਕਦਾ। ਬੋਲ, ਮੇਰੇ ਭਰਾ ਦਾ ਕਤਲ ਕਿਹਨੇ ਕੀਤਾ ਸੀ? ਬੋਲ। ਬੋਲ। ਦੱਸਦਾ ਬਈ, ਦੱਸਦਾ ਸਭ ਦੱਸਦਾ। ਸ਼ਿਕਾਰਿਆ, ਦੱਸ ਸ਼ਿਕਾਰਿਆ, ਕਿਹਨੇ ਕੀਤਾ ਸੀ ਕਤਲ? ਤੂੰ ਬਿਨਾਂ ਦੱਸੇ ਨਹੀਂ ਮਰ ਸਕਦਾ। ਮਾਂ, ਦਰਵਾਜ਼ਾ ਖੋਲ ਮਾਂ। ਮਾਂ, ਮੈਨੂੰ ਇੱਕ ਵਾਰ ਅਮਰਤ ਨੂੰ ਮਿਲ ਲੈਣ ਦਿਓ, ਨਹੀਂ ਤਾਂ ਅਨਰਥ ਹੋ ਜੂ। ਮਾਂ, ਦਰਵਾਜ਼ਾ ਖੋਲ ਮਾਂ। ਜੇ ਮੈਂ ਤੈਨੂੰ ਦਰਵਾਜ਼ਾ ਖੋਲਤਾ ਨਾ ਧੀਏ, ਤੇਰੇ ਨਾਲ ਨਾਲ ਤੇਰੇ ਭਰਾਵਾਂ ਨੇ ਮੈਨੂੰ ਵੀ ਗੋਲੀ ਮਾਰ ਦੇਣੀ ਆ। ਮਾਂ, ਤੂੰ ਸਮਝਦੀ ਕਿਉਂ ਨਹੀਂ? ਹੁਣ ਤਾਂ ਦਰਵਾਜ਼ਾ ਤੇਰੀ ਡੋਲੀ ਵਾਲੇ ਦਿਨ ਹੀ ਖੁੱਲੂਗਾ।
ਜੇ ਮੈਂ ਮੌਕੇ ਤੇ ਸ਼ਿੰਗਾਰੇ ਨੂੰ ਗੋਲੀ ਨਾ ਮਾਰਦਾ ਤਾਂ ਸਾਰਾ ਭਾਂਡਾ ਹੀ ਫੁੱਟ ਜਾਣਾ ਸੀ। ਉਹਨੇ ਸਭ ਕੁਝ ਅੰਮ੍ਰਿਤ ਕੋਲੇ ਬਕ ਦੇਣਾ ਸੀ। ਪਰ ਬਾਈ ਤੂੰ ਤਾਂ ਨਾਰਿਆ ਚੁੱਪ ਹੀ ਕਰ ਜਾ। ਉਹ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਛਾਣਦਾ ਤੇ ਕਦੋਂ ਵੀ ਹਮਲਾ ਕਰ ਸਕਦਾ। ਤੂੰ ਬਿਲਕੁਲ ਠੀਕ ਕਹਿਣਾ ਬਾਈ। ਦੁਸ਼ਮਣ ਨੂੰ ਜਿੰਨੀ ਜਲਦੀ ਕੁਚਲਿਆ ਜਾਵੇ ਨਾ ਤੇ ਓਨਾ ਹੀ ਚੰਗਾ। ਤੂੰ ਹੁਕਮ ਕਰ ਬਾਈ, ਆਪਾਂ ਤਾਂ ਪਟਾਕੇ ਹੀ ਪਾ ਦਿੰਨੇ ਆ। ਨਹੀਂ ਭੋਲਿਆ, ਹੁਣ ਜੰਗ ਲੌਕੇ ਨਹੀਂ, ਆਮਣੇ ਸਾਹਮਣੇ ਲੜਨ ਦਾ ਸਵਾਦ ਆਊ। ਉਹਦਾ ਪਟਾਕਾ ਤਾਂ ਹੁਣ ਮੈਂ ਹੀ ਪਾਉਂ। ਤੁਸੀਂ ਇਹ ਸਭ ਕੁਝ ਛੱਡ ਕਿਉਂ ਨਹੀਂ ਦਿੰਦੇ? ਆਖਿਰ ਕਦ ਤੱਕ ਤੁਸੀਂ ਇਸ ਕੁਰਸੀ ਲਈ ਲੜਦੇ ਰਹੋਗੇ? ਤੂੰ ਸਾਡੇ ਕੰਮਾਂ ਵਿੱਚ ਦਖਲਅੰਦਾਜ਼ੀ ਨਾ ਹੀ ਦੇ ਤਾਂ ਚੰਗੀ ਗੱਲ ਆ। ਕੀ ਕਰੋਗੇ ਪਿੰਡ ਦਾ ਮੋਢੀ ਬਣ ਕੇ ਜੇ ਇਹ ਘਰ ਹੀ ਬਰਬਾਦ ਹੋ ਗਿਆ? ਕਿਉਂ ਇਸ ਘਰ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਹੋ? ਅਜੇ ਤਾਂ ਅਰਜਨ ਨੇ ਬਿਗਲੀ ਵਜਾਇਆ ਤੇ ਜੰਗ ਹਜੇ ਬਾਕੀ ਆ। ਮੈਂ ਤੁਹਾਨੂੰ ਜਾਣ ਨਹੀਂ ਦੇਣਾ। ਉਸਰੇ ਸਾਹ ਤੇ ਵਿਗੜਿਆ ਅਰਜਨ ਰੰਨਾਂ ਦੇ ਰੋਕਿਆ ਨਹੀਂ ਰੁਕਦੇ। ਹਟ ਜਾ ਬਸ। ਬਸ ਹੁਣ ਬਹੁਤ ਹੋ ਗਿਆ, ਪਰ ਮੈਂ ਹੁਣ ਕੋਈ ਹੋਰ ਜ਼ੁਲਮ ਨਹੀਂ ਹੋਣ ਦੇਣਾ। ਕੌਣਾ ਤੁਸੀਂ? ਦੱਸਦੇ ਆ, ਇੰਨੀ ਵੀ ਕਾਲੀ ਕਿਉਂ ਪੈਣੀ ਆ ਬੁੜੀਏ? ਓਏ ਮੇਰੀ ਮਾਂ ਨੂੰ ਹੱਥ ਨਾ ਲਾਇਓ, ਨਹੀਂ ਤਾਂ। ਵਾਹ ਬਈ, ਟਿੱਡੀਆਂ ਨੂੰ ਵੀ ਜ਼ੁਕਾਮ ਹੋ ਗਿਆ ਹੈ। ਮੇਰੇ ਜਿਉਂਦੇ ਜੀ ਮੇਰੇ ਪੁੱਤ ਨੂੰ ਹੱਥ ਨਾ ਲਾਇਓ। ਕੋਈ ਗੱਲ ਨਹੀਂ, ਤੇਰੇ ਮਰਨ ਤੋਂ ਬਾਅਦ ਤਾਂ ਲਿਜਾ ਸਕਦੇ ਆ ਬੇਬੇ। ਮੇਰੀ ਮਾਂ ਨੂੰ ਸਰਦਾ ਓਏ। ਤੂੰ ਕਿਹੜਾ ਆ ਗਿਆ ਓਏ ਮਾਂ ਦਾ ਲਾਡਲਾ? ਜੱਟੇ ਮੰਗੂ ਮਾਰ ਦਿਆਂਗੇ ਬੁੜੀਏ। ਇਸੇ ਲਈ ਤਾਂ ਤੇਰੀ ਮਾਂ 'ਚ ਇੰਨੇ ਸਾਹ ਛੜਤੇ। ਭੇਜਦੀ ਆਪਦੇ ਪੁੱਤ ਨੂੰ ਫਤਿਹ ਦੀ ਹਵੇਲੀ, ਨਹੀਂ ਤਾਂ ਤੇਰੇ ਐਸ ਪੁੱਤ ਨੂੰ ਠੋਕ ਦੇਾਂਗੇ। ਇਹਨੂੰ ਵੀ ਇੱਥੇ ਲਿਜਾ ਕੇ ਬੰਨ੍ਹ ਦਿਓ। ਚਲੋ। ਚਾਚਾ ਸਮਝ ਨਹੀਂ ਆਉਂਦੀ, ਸ਼ਿੰਗਾਰਾ ਕਿਆ ਕਿੱਥੇ? ਉਹਨੂੰ ਜ਼ਮੀਨ ਖਾ ਗਈ ਜਾਂ ਮਾਰ? ਵੀਰ ਦੇ ਸਿਰ ਦੇ ਵਿੱਚ ਸੱਟ ਕਿਸ ਨੇ ਮਾਰੀ ਤੇ ਉਸ ਨੂੰ ਬੇਹੋਸ਼ ਕੀਤਾ? ਮੈਨੂੰ ਪਿੰਡ ਦੇ ਕਿਸੇ ਨਾ ਕਿਸੇ ਬੰਦੇ ਦਾ ਹੱਥ ਜ਼ਰੂਰ ਲੱਗਦਾ ਇਸ ਦੇ ਵਿੱਚ। ਚਾਚਾ ਠੀਕ ਕਹਿੰਦਾ ਫਤਿਹ ਬਾਈ, ਇਸ ਮਾਮਲੇ ਦਾ ਹੱਲ ਤਾਂ ਪਰ ਇੱਕੋ ਹੀ ਬੰਦਾ ਕਰ ਸਕਦਾ। ਉਹ ਕੌਣ? ਬੰਤਾ ਅਮਲੀ, ਆਪਣੇ ਦਾ ਕੀ ਨਾਲ ਦੇ ਕਈ ਪਿੰਡਾਂ ਦੀ ਉਹ ਖਬਰ ਰੱਖਦਾ। ਇਸ ਦਾ ਮਤਲਬ ਬੰਤਾ ਇਸ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਸ਼ਾਮਲ ਹੈ। ਚਾਚਾ ਬੰਤਾ ਮਿਲੂ ਕਿੱਥੇ? ਸੱਥ 'ਚ ਤਾਸ਼ ਕੁੱਟਦਾ ਹੋ ਬਾਈ। ਚਾਚਾ ਤੁਸੀਂ ਰਹੋ ਘਰੇ, ਅਸੀਂ ਹੁਣੇ ਦੇਖਦੇ ਹਾਂ ਉਹਨੂੰ। ਕੀ ਹੋਇਆ ਮਾਂ ਤੈਨੂੰ? ਕਿਸ ਨੇ ਕੀਤਾ ਇਹ? ਪਤਾ ਨਹੀਂ ਪੁੱਤ, ਉਹ ਕੌਣ ਸੀ? ਤੇਰੇ ਭਾਈ ਵਿੱਕੀ ਨੂੰ ਵੀ ਲੈ ਗਿਆ ਚੁੱਕ ਕੇ। ਵਿਚਾਰਾ ਆਪਣੇ ਭਾਈ ਨੂੰ। ਤੂੰ ਇੱਕ ਵਾਰ ਉਹਦਾ ਨਾਮ ਦੱਸ ਦੇ ਮੈਨੂੰ, ਉਹਨਾਂ ਦੀ ਤਾਂ ਮੈਂ ਆਪਣੇ ਆਪ ਨੂੰ ਫਤਿਹ ਦੇ ਬੰਦੇ ਕਹਿੰਦੇ ਸੀ। ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਆ ਫਤਿਹ। ਹੁਣ ਤੈਨੂੰ ਮੈਂ ਦੱਸੂ ਸੱਥ ਦੇ ਵਿੱਚ ਇਨਸਾਫ ਕਿਵੇਂ ਕੀਤੇ ਜਾਂਦੇ ਆ ਤੇ ਮਾਂ ਦੇ ਖੂਨ ਦਾ ਹਿਸਾਬ ਕਿਵੇਂ ਲੈਤਾ ਜਾਂਦਾ। ਲੈ ਵੀ ਬਚਨਿਆ ਸੱਟ ਪੱਤਾਂ ਲਾਈਏ ਸੀਪ। ਅਮਲੀਆ ਸੁਧਰ ਜਾ, ਤੇਰੀ ਕਿਸੇ ਨੇ ਸੀਬ ਲਾ ਦੇਣੀ ਆ। ਅਸੀਂ ਤਾਂ ਬਾਦਸ਼ਾਹ ਜੇਲ੍ਹ 'ਚ ਰੱਖ ਕੇ ਹੀ ਸੀਪ ਲਾਈਦੀਆਂ। ਸਵਾਗਣਾ ਤੁਸੀਂ ਅਮਲੀ ਦੀਆਂ ਲਾਈਆਂ ਵੇਖਾਂ ਪੱਟ ਜੇ। ਗੱਲ ਤਾਂ ਤੇਰੀ ਠੀਕ ਆ ਅਮਲੀਆ। ਉਹ ਪੰਜਾਬੀਆਂ ਦੀ ਕਹਾਵਤ ਆ ਨਾ, ਸੁਨਿਆਰੇ ਦੀ 100 ਵੱਜੇ ਤਾਂ ਸੋਨੇ ਦੇ ਖੁਰਕ ਵੀ ਨਹੀਂ ਹੁੰਦੀ, ਤੇ ਲੋਹਾਰ ਦੀ ਇੱਕ ਪੈ ਜਾਵੇ ਧਰਨ ਹਿਲਾ ਦਿੰਦੀ ਆ। ਗੱਲ ਕੀ ਆ? ਗੱਲ ਤਾਂ ਮੈਂ ਸਮਝਿਆ ਨਹੀਂ ਕੋ। ਗੁਰਦਿੱਤੇ ਦਾ ਕਤਲ ਕਿਸ ਨੇ ਕੀਤਾ?
ਤੇ ਸ਼ਿੰਗਾਰਾ ਕਿੱਥੇ ਆ? ਓਏ ਮੈਨੂੰ ਨਹੀਂ ਪਤਾ ਕੀ ਗੱਲ ਦਾ। ਆਪਾਂ 5 ਵਜੇ ਨਾਮ ਕੇ ਬੈਠ ਜਾਈਏ। ਵੀਰ ਚੱਕ ਇਹਨੂੰ ਤੇ ਲੈ ਆਪਣੇ ਘਰ। ਭਾਈ ਇਹ ਤਾਂ ਕੀ ਇਹਦਾ ਸਾਲਾ ਬਾਬੇ ਤੋਤੇ ਵਾਂਗੂ ਬੋਲੂਗਾ। ਫਤਿਹ ਸਿੰਘ, ਅੱਜ ਮੈਂ ਤੇਰੇ ਜ਼ੁਲਮ ਦੇ ਬੁਲਾਏ ਇਸ ਕਿਲੇ ਨੂੰ ਤਹਿਸ ਨਹਿਸ ਕਰਕੇ ਰੱਖੂਗਾ। ਚਲੋ ਸਿਰ ਝੁਕਾ ਕੇ ਗੱਲ ਕਰ ਮੁੰਡਿਆ। ਤੈਨੂੰ ਨਹੀਂ ਪਤਾ ਤੂੰ ਇਸ ਵਕਤ ਜੈਲਦਾਰ ਬਘੇਲ ਸਿੰਘ ਦੀ ਹਵੇਲੀ ਦੇ ਵਿੱਚ ਖੜਾ ਹੈ। ਅੱਜ ਮੈਂ ਤੁਹਾਡੀ ਹਿੱਕ ਤੇ ਪੈਰ ਰੱਖ ਕੇ ਨਾ ਫਤਿਹ ਤੱਕ ਪਹੁੰਚੂਗਾ। ਫਤਿਹ ਦੇ ਘਰ ਦੀਆਂ ਕੰਧਾਂ ਇੰਨੀਆਂ ਮਜ਼ਬੂਤ ਨੇ ਤੂੰ ਸਿਰ ਟਕਰਾ ਟਕਰਾ ਕੇ ਮਰ ਜਾਏਗਾ। ਆ ਮੁੰਡਿਆ ਉੱਠ ਜਾ ਬਘੇਲਿਆ, ਨਹੀਂ ਤਾਂ ਅੱਜ ਤੇਰੀ ਧੜ ਦੇ ਉੱਤੇ ਸਿਰ ਹੀ ਨਹੀਂ ਰਹਿਣਾ। ਛੱਡ ਦੇ ਮੇਰੇ ਚਾਚੇ ਨੂੰ, ਇਹਦਾ ਕੀ ਕਸੂਰ ਹੈ? ਕੀ ਦਾ ਕੀ ਕਸੂਰ ਆ? ਇਹਦਾ ਸੱਤ ਦੇ ਵਿੱਚ ਪਤਾ ਲੱਗੂ। ਤੇ ਨਾਲੇ ਕਹਿ ਦੀ ਆਪਦੇ ਸੂਰਬੇ ਭਾਈ ਨੂੰ ਜੀ ਆਪਦੇ ਚਾਚੇ ਦੀ ਜਾਨ ਬਚਾਉਣੀ ਹੈ ਨਾ ਤਾਂ ਸੱਤ ਦੇ ਵਿੱਚ ਆ ਜੇ। ਅਮਰਤ ਰੁਕ ਜਾ, ਤੈਨੂੰ ਆਪਣੇ ਪਿਆਰ ਤੇ ਵਿਸ਼ਵਾਸ ਨਹੀਂ? ਜੇ ਮੇਰੇ ਪਾਸ ਦੇ ਵਿੱਚ ਹੁੰਦਾ ਨਾ ਤਾਂ ਮੈਂ ਜ਼ਰੂਰ ਰੁਕ ਜਾਂਦਾ ਸਿਮਰ, ਪਰ ਗੱਲ ਅੱਜ ਮੇਰੀ ਅਣਖ ਦੀ ਆ। ਇਸ ਹਰਾਮਜ਼ਾਦੇ ਨੂੰ ਪਾਣੀ ਪਿਆ ਦਿਓ ਓਏ, ਕਿਤੇ ਮਾਰੀ ਨਾ ਜਾਵੇ। ਇਹਨੂੰ ਪਾਣੀ ਪਿਆ ਕੇ ਕੀ ਕਰਨਾ? ਇਹਦਾ ਸਾਲੇ ਦਾ ਘੋਗਾ ਹੀ ਚਿੱਤ ਕਰ ਦਿੰਦੇ ਵੱਡੇ ਬੈਲੀ ਦਾ। ਤੂੰ ਤਾਂ ਇੱਕ ਨੰਬਰ ਦਾ ਬੁੱਧੂ ਆ। ਜੇ ਸੱਪ ਨਾਲ ਲੜ ਕੇ ਸੱਪ ਮਰਦਾ ਤੇ ਆਪਾਂ ਸੋਟੀ ਕਿਉਂ ਖਰਾਬ ਕਰੀਏ? ਪਰ ਬਈ ਚੰਨੋ ਦਾ ਹੀ ਕਰਾਂਗੇ। ਸਾਲਾ ਵੱਡਾ ਬੈਲੀ, ਪਹਿਲਾਂ ਜਿਹੜੇ ਕੰਮ ਤੇ ਖੜੇ ਉਹਦੇ ਬਾਰੇ ਸੋਚ। ਤੈਨੂੰ ਰੰਨਾ ਤੋਂ ਸਵਾਈ ਕੋਈ ਸੋਚਦਾ ਨਹੀਂ। ਓਏ ਇਹਨਾਂ ਦੇ ਨਾਲ ਨਾਲ ਤੇਰੇ ਮੱਥੇ ਤੇ ਲੱਗਿਆ ਕਲੰਕ ਵੀ ਲਾ ਦੇਾਂਗੇ। ਵੀਰੇ ਵੀਰੇ ਚਾਚਾ 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 ਕਿੱਥੇ? ਇਹ ਕੀ ਹੋਇਆ ਸਿਮਰ? ਤਾਰੂ ਕੀ ਹੋਇਆ? ਜੋ ਹੋਇਆ ਠੀਕ ਨਹੀਂ ਹੋਇਆ ਵੀਰੇ। ਕੀ ਮਤਲਬ? ਚਾਚਾ ਕਿੱਥੇ ਹੈ? ਚਾਚਾ ਅਮਰੇ ਚਾਚੇ ਨੂੰ ਜ਼ਬਰਦਸਤੀ ਲੈ ਗਿਆ।
ਕਿੱਥੇ? ਸੱਥ 'ਚ। ਪਰ ਨਾਲ ਹੀ ਕਹਿ ਗਿਆ ਕਿ ਵੀ ਮੇਰੇ ਭਾਈ ਨੂੰ ਛੱਡੂ ਤਾਂ ਚਾਚੇ ਨੂੰ ਛੱਡੂਗਾ। ਭਾਈ ਮੈਨੂੰ ਤਾਂ ਲੱਗਦਾ ਤੇ ਭਰਾ ਨੂੰ ਕਿਸੇ ਨੇ ਬੰਦੀ ਬਣਾ ਲਿਆ ਤੇ ਇਲਜ਼ਾਮ ਆਪਣੇ ਸਿਰ ਲੱਗ ਰਿਹਾ। ਉਹਦੇ ਭਰਾ ਦਾ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਆਪਣੇ ਚਾਚੇ ਨੂੰ ਤੱਤੀ ਹਵਾ ਨਹੀਂ ਲੱਗਣ ਦੇਵਾਂਗਾ। ਵੀਰ ਤੂੰ ਤਾਰੂ ਦਾ ਖਿਆਲ ਰੱਖੀ। ਮੈਂ ਆਇਆ। ਅਮਰਤ, ਪਹਿਲੀ ਗਲਤੀ ਤੇਰੇ ਭਰਾ ਨੇ ਕੀਤੀ ਸੀ। ਮੇਰੇ ਘਰ ਦੀ ਦਹਲੀਜ਼ ਤੇ ਪੈਰ ਰੱਖ ਕੇ ਅੱਜ ਦੂਜੀ ਤੂੰ ਕੀਤੀ ਆ। ਜੈਲਦਾਰਾ, ਮੈਂ ਤਾਂ ਸੋਚਿਆ ਸੀ ਤੂੰ ਫੌਜ ਲੈ ਕੇ ਆਏਗਾ, ਉਹ ਤੂੰ ਇਕੱਲਾ ਹੀ ਆ ਗਿਆ। ਫੌਜ ਦੀ ਜ਼ਰੂਰਤ ਤਾਂ ਸਰਹੱਦਾਂ ਤੇ ਪੈਂਦੀ ਆ, ਤੇਰੇ ਲਈ ਤਾਂ ਮੈਂ ਇਕੱਲਾ ਹੀ ਕਾਫੀ ਆ। ਜੇ ਅੱਜ ਤੇਰੀਆਂ ਸਾਰੀਆਂ ਗਲਤ ਫਹਿਮੀਆਂ ਨਾ ਦੂਰ ਕੀਤੀਆਂ ਨਾ ਤਾਂ ਮੇਰਾ ਨਾਮ ਅਮਰਤ ਨਹੀਂ। ਵੀਰੋ ਨਾ ਵੀਰੋ ਹਟ ਜਾ ਵੀਰੋ, ਮੇਰੀ ਗੱਲ ਸੁਣ ਲਓ ਵੀਰੋ। ਹਟ ਚੰਨਾ ਵੀਰੋ ਮੇਰੀ ਗੱਲ ਸੁਣ ਲਓ ਵੀਰੋ, ਹਟ ਜਾਓ। ਤੁਹਾਨੂੰ ਕੱਟ ਪੂਤਲੀਆਂ ਵਾਂਗੂ ਲੜਾਉਣ ਵਾਲਾ ਕੋਈ ਹੋਰ ਹੈ। ਕੀ ਕਿਹਾ ਚੰਨਾ? ਮੇਰੀ ਇੱਜ਼ਤ ਗੁਰਦਿੱਤੇ ਨੇ ਨਹੀਂ, ਜੀਤ ਨੇ ਲੁੱਟਣ ਦੀ ਕੋਸ਼ਿਸ਼ ਕੀਤੀ। ਬਦਤਮੀਜ਼, ਤੂੰ ਉਸ ਦਿਨ ਝੂਠ ਕਿਉਂ ਬੋਲਿਆ? ਉਸ ਦਿਨ ਮੈਨੂੰ ਚੁੱਪ ਰਹਿਣ ਲਈ ਮਜਬੂਰ ਕੀਤਾ ਵੀਰਾ। ਕਿਸਨੇ? ਸ਼ਿੰਗਾਰੇ ਤੇ ਅਰਜਨ ਨੇ ਗੁਰਦਿੱਤੇ ਨੂੰ ਕਤਲ ਕੀਤਾ ਤੇ ਸ਼ਿੰਗਾਰੇ ਨੂੰ ਅਰਜਨ ਨੇ। ਤੂੰ ਕੀ ਕਹਿ ਰਹੀ ਹੈ? ਮੈਂ ਸੱਚ ਕਹਿ ਰਹੀ ਵੀਰਾ, ਮੇਰੇ ਤੇ ਯਕੀਨ ਕਰੋ
तेरे भरा नूं भी उन्होंने बंदी बना लिया। जे ही सच तू उस दिन बोलिया हुंदा ना तां कई जाना बच जानियां सी। ठहर जो सोनियो, क्लाइमैक्स अजे बाकी आ। अपनी जगह तो हिले तो खोपड़ खोल के रख दूं। अर्जुन मेरे भाई के हाथ चुके ना तुसी अपने सारे लिए मौत मुल ले लिया। एडी भी की काली आ कराउना भारत मिलाप। हथियार थल्ले कर दे।
ਉੱਠ ਫਤਿਹ ਉੱਠ ਸਾਰੇ ਪਾੜਿਆਂ ਦੀ ਜੜ ਤਾਂ ਤੋੜੀ ਹੈ ਗੱਲ ਕੀਆ ਕਰ ਓ ਭਾਈ ਮੈਂ ਨਹੀਂ नहीं अर्जुन आप इस लड़ाई से नहीं बना अर्जुन सप सप नहीं तो श्री मसल दे नहीं तो मैं डंकी लड़ा देख अर्जुन मैं तेनू क्या सी ना मेरे बार बार समझाने भी तू नहीं समझिया मैं तेनू क्या सी ना दुश्मनी दी अग माड़ी होती है कुर्सी दे लालच ने तेनू बिल्कुल अन्ने कर दिता सी देख तेरे इस दुश्मनी ने अज अपना घर बर्बाद करके रख दिता है हाय रब्बा समत बख्शी अर्जुन वर्गे लोकां नू ताकि मेरे वर्गियां होर कुड़ियां दे सुहाग उजड़न तो बच जान
ਅਰਜਨ ਮੇਰੇ ਵੀਰ ਅਮਰਤ ਤੂੰ ਅਰਜਨ ਨੂੰ ਮਾਰ ਕੇ ਜਿੰਦਾ ਨਹੀਂ ਜਾ ਸਕਦਾ ਅਮਰਤ जीते चाचा मैं जेलदार फतेह सिंह इस कुत्ते नु सजा मौत देना मार देनो ਜੈਲਦਾਰ ਫਤਿਹ ਸਿੰਘ ਤੈਨੂੰ ਮੈਂ ਕਿਹਾ ਸੀ ਨਾ ਕਾਨੂੰਨ ਆਪਣੇ ਹੱਥ ਵਿੱਚ ਨਾ ਲਈ ਪਰ ਤੂੰ ਉਹੀ ਗੱਲ ਕੀਤੀ ਨਾ ਚਲੋ ਮੇਰੇ ਨਾਲ ਥਾਣੇ ठहर जा थानेदारा जे कानून मैं अपनी मुट्ठी विच लिया ते सजा भी मैनू मिलनी चाहिदी है इन्हां सारियां दा कोई कसूर नहीं मैं चलदा तेरे नाल अमृत जो भी होया अनजाने विच होया मेरी भैन दा ख्याल रखे